क्यों बैठण दी ना राइट इदां नहीं मैडम आज 144 लगी ये ਉੱਥੇ ਰਹਿੰਦੇ ਆ ਇਹਨਾਂ ਦਾ ਬੱਚਾ ਉੱਥੇ ਰਹਿੰਦਾ ਇਦਾਂ ਨਹੀਂ ਬੈਠਣ ਦਵਾਂਗੇ ਮੈਂ ਕਲੀਅਰ ਗੱਲ ਦੱਸ ਰਿਹਾ ਉੱਥੇ ਕੋਈ ਮਨਾਈ ਨਹੀਂ ਉੱਥੇ ਰਹਿੰਦੇ ਆ ਸਾਰਾ ਕੁਝ ਡੀਸੀ ਸਾਹਿਬ ਦੇ ਆਰਡਰ ਨੇ ਆਨਲਾਈਨ ਚੈੱਕ ਕਰ ਲਓ ਤੇ ਪਹਿਲਾਂ ਵੀ 3-4 ਵਾਰੀ ਬਾਬਾ ਜੀ ਨਾਲ ਧੱਕਾ ਹੋ ਚੁੱਕਿਆ ਪ੍ਰਸ਼ਾਸਨ ਬਾਬਾ ਜੀ ਨੂੰ ਉਠਾਉਣ ਆਇਆ ਬਾਬਾ ਜੀ ਦਾ ਸਮਾਨ ਚੱਕਣ ਆਇਆ ਇਹ ਸਰਕਾਰਾਂ ਹੁਣ ਕਰੋਨਾ ਦੇ ਨਾਂ ਤੇ ਸਿਰਫ ਸਾਡੇ ਸੰਘਰਸ਼ ਨੂੰ ਖਤਮ ਕਰਨ ਦੀ ਕੋਸ਼ਿਸ਼ ਕਰ ਰਹੇ ਆ ਹੁਣ ਵੀ ਮਤਲਬ ਪੂਰੀ ਆਸ ਹੈਗੀ ਤੁਹਾਨੂੰ ਉਮੀਦ ਪੂਰੀ ਹੋਊਗੀ ਫਿਰ ਤਾਂ ਮੈਨੂੰ ਲੱਗਦਾ 101 ਨੰਬਰ ਲੈ ਕੇ ਨਿਕਲਣਗੇ ਜਿੱਦਾਂ ਉੱਥੋਂ ਨਿਕਲਣਗੇ ਹੋ ਸਕਦਾ ਰਾਜ ਸਾਰਾ ਹੀ ਮੁੱਦਾ ਹੋ ਜਾਏ ਹਮਾਰੇ ਸ਼ੌਣੀ ਜੇਲ੍ਹ 'ਚ ਬੰਦ ਰਹੇ ਪਟਿਆਲੇ ਬੰਦ ਰਹੇ ਚੱਪੜ ਜੇਲ੍ਹ 'ਚੋਂ ਬਟਾਲੇ ਬੰਦ ਰਿਹਾ ਇਹ ਸਾਰਿਆਂ ਦੀ ਰੋਟੀ ਦਾ ਮਸਲਾ ਸਾਡੇ ਇਕੱਲਿਆਂ ਦੀ ਨਹੀਂ ਜੇਕਰ ਤੁਹਾਨੂੰ ਰੋਕਦੇ ਨੇ ਤਾਂ ਕੀ ਕਰੋਗੇ ਫਿਰ ਅਗਲੀ ਕਾਰਵਾਈ ਕੀ ਹੋਏਗੀ ਦੇਖੋ ਉਹ ਐਕਸ਼ਨ ਤੁਹਾਨੂੰ ਮੇਰੇ ਹਾਲ ਦੇ ਗੁਰਨਾਮ ਸਿੰਘ ਚੜੂਨੀ ਨੇ ਬਹੁਤ ਵਧੀਆ ਦਿੱਤਾ ਉਹਨਾਂ ਨੇ ਜਿਹੜਾ ਜਵਾਬ ਦਿੱਤਾ ਸਾਡੇ ਸਾਰਿਆਂ ਦਾ ਹੀ ਉਹੀ ਜਵਾਬ ਹੈ ਕਿ ਗੋਲੀਆਂ ਚਲਾ ਲਓ ਮਾਰ ਦਿਓ ਸਾਡੇ ਕੋਲ ਅਗਰ ਜ਼ਮੀਨ ਨਾ ਰਹੀ ਤੇ ਅਸੀਂ ਜੀ ਕੇ ਵੀ ਕੀ ਕਰਨਾ ਮੈਨੂੰ ਚੁੱਕ ਕੇ ਤੇ ਕੋਈ ਵੀ ਲੈ ਗਏ ਮੈਂ ਉੱਠ ਕੇ ਨਹੀਂ ਜਾਵਾਂਗਾ ਜਿੰਨਾ ਚਿਰ ਮੇਰੇ ਸਾਥ ਜੇ ਗ੍ਰਿਫਤਾਰ ਵਗੈਰਾ ਕਰਦੇ ਨੇ ਫਿਰ ਉਹ ਸਾਨੂੰ ਅੱਗੇ ਮੈਂ ਜੇਲ੍ਹ ਹੀ ਬੜੀ ਰਹਿ ਗਿਆ ਅੱਜ 300 ਬੰਦਾ ਮਸ਼ਹੀਦ ਹੋ ਗਿਆ ਦਿੱਲੀ ਦੇ ਵਿੱਚ ਉਹ ਇਹਨਾਂ ਦਾ ਕਿਰਾਇਆ ਇਹਨਾਂ ਦੀ ਕਰੋਨਾ ਨੇ ਕੀਤਾ ਕਰੋਨਾ ਕੋਣੀ ਤੁਹਾਨੂੰ ਇੱਕ ਭੁਲੇਖਾ ਪਾਇਆ ਹੈ ਤਾਂ ਬਜ਼ੁਰਗ ਲਾਭ ਸਿੰਘ ਜੀ ਬਾਪੂ ਜੀ ਹੋਰੀ ਸਾਡੇ ਨਾਲ ਨੇ ਨਾਲ ਗੱਲਬਾਤ ਕਰਦੇ ਹਾਂ ਪੁੱਛਦੇ ਹਾਂ ਆਖਰ ਗੱਲਬਾਤ ਕੀ ਹੋਈ ਸੀ ਕਿਉਂ ਇੱਥੇ ਬਹਿਣਾ ਪੈ ਗਿਆ ਅੱਜ ਪ੍ਰਸ਼ਾਸਨ ਨੇ ਕਿਉਂ ਇਹਨਾਂ ਨੂੰ ਇੱਥੋਂ ਉਠਾਇਆ ਸੀ ਬਾਪੂ ਜੀ ਬੜਾ ਲੰਮਾ ਸਮਾਂ ਹੋ ਗਿਆ ਮੈਂ ਦੇਖਿਆ ਜਿੰਨਾ ਕਿ ਤੁਹਾਨੂੰ ਦੇਖਿਆ ਕਿ 6 ਮਾਰਚ ਤੋਂ ਤੁਸੀਂ ਇੱਥੇ ਹੀ ਬੈਠੇ ਹੋ ਅੱਜ ਕੀ ਹੋ ਗਿਆ ਕਿ ਪੁਲਿਸ ਆ ਕੇ ਤੁਹਾਨੂੰ ਇੱਥੋਂ ਗ੍ਰਿਫਤਾਰ ਕਰਨ ਲੱਗੀ ਸੀ ਉਹ ਗੱਲਬਾਤ ਕੀ ਹੋਈ ਸੀ ਪੁਲਿਸ ਨਾਲ 2-3 ਵਾਰ ਹੋਈ ਗੱਲਬਾਤ ਚੁੱਕਣ ਵਾਸਤੇ ਆਏ ਨੇ ਮੁੰਡੇ ਫਟਾਫਟ ਆ ਜਾਂਦੇ ਫਿਰ ਇੰਨੇ ਬੰਦਿਆਂ ਨੂੰ ਚੁੱਕਣਾ ਔਖਾ ਹੋ ਜਾਂਦਾ ਕਿਉਂ ਆਉਂਦੇ ਨੇ ਚੱਕਣੇ ਕੋਈ ਕਾਰਨ ਦੱਸਿਆ ਹੋਵੇਗਾ ਉਹਨਾਂ ਨੇ ਕਾਰਨ ਦਾ ਇਹ ਵੀ ਉਹ ਦੇ ਨਾਲੇ ਚੋਰ ਤੇ ਨਾਲੇ ਚਤਰ ਚੋਰ ਤੇ ਚਤਰ ਦਾ ਕੀਮਤ ਵਾਲੇ ਬੰਦੇ ਨੂੰ ਛਿੱਤਰ ਵੀ ਮਾਰਨੇ ਤੇ ਆਪਣੀ ਸਫਾਈ ਵੀ ਵਿਖਾਣੀ ਅੱਜ ਬੰਦੇ ਨੇ ਦੋਹਾਂ ਹੱਥਾਂ ਦੇ ਵਿੱਚ ਲੱਡੂ ਫੜ ਲਿਆ ਸਿੱਖ ਦੋਹਾਂ ਹੱਥਾਂ 'ਚ ਲੱਡੂ ਨਹੀਂ ਫੜਦਾ ਉਹ ਇੱਕ ਜਿਹੜਾ ਗੁਰੂ ਨਾਨਕ ਦੇਵ ਦੇ ਨਾਲ ਲੱਗਾ ਹੋਇਆ ਹੈ ਉਹਦਾ ਝੂਠ ਬੋਲਣਾ ਕੰਮ ਨਹੀਂ ਬਾਪੂ ਜੀ ਸਰਕਾਰ ਕਹਿ ਰਹੀ ਹੈ ਪ੍ਰਸ਼ਾਸਨ ਕਹਿ ਰਿਹਾ ਕਿ ਕਰੋਨਾ ਵੱਧ ਰਿਹਾ ਹੈਗਾ ਇਸ ਕਰਕੇ ਸਾਨੂੰ ਜਿਹੜੀ ਮਜਬੂਰੀ ਬਸ ਤੁਹਾਨੂੰ ਇੱਥੋਂ ਉਠਾਉਣਾ ਪਿਆ ਕਿਉਂਕਿ ਇੱਥੇ ਇਕੱਠ ਨਾ ਹੋਵੇ ਉਹ ਇੱਕ ਤਰਕ ਦੇ ਰਹੇ ਨੇ ਬਾਪੂ ਜੀ ਆ ਜਿਹੜਾ ਅੰਗਰੇਜ਼ ਹੈ ਇਹਨੂੰ ਜਿਵੇਂ ਹਿੰਦੁਸਤਾਨ ਚੋਂ ਕੱਢਿਆ ਪਤਾ ਜੀ ਨਾ ਪਤਾ ਜੀ ਨਾ ਕਿੰਨੇ ਬੰਦੇ ਅੱਜ 300 ਬੰਦਾ ਮਸ਼ਹੀਦ ਹੋ ਗਿਆ ਦਿੱਲੀ ਦੇ ਵਿੱਚ ਉਹ ਇਹਨਾਂ ਦਾ ਕਿਰਾਇਆ ਇਹਨਾਂ ਦੀ ਕਰੋਨਾ ਨੇ ਕੀਤਾ ਕਰੋਨਾ ਕੋਣੀ ਤੁਹਾਨੂੰ ਇੱਕ ਭੁਲੇਖਾ ਪਾਇਆ ਹੈ ਪੜਿਆ ਦਾ ਫੂਟ ਡਾਲੋ ਤੇ ਰਾਜ ਕਰੋ ਉਹਨੇ ਸਾਨੂੰ ਚੌਮਰਿਆਂ ਨੂੰ ਵੇਖ ਕੇ ਖੁਸ਼ ਨਹੀਂ ਹੋਣਾ ਉਹ ਸੜ ਬਲ ਕੇ ਗੋਲਾ ਹੋ ਜਾਏਗਾ ਸਿੱਖੀ ਦਾ ਕੰਮ ਹੈ ਪਿਆਰ ਕਰਨਾ ਗੁਰੂ ਗੋਬਿੰਦ ਸਿੰਘ ਨੂੰ ਤਾਜੀ ਤਲਵਾਰ ਚੁੱਕਣੀ ਪਈ ਸੀ ਜੇ ਬਾਬੇ ਨਾਨਕ ਦੀ ਗੱਲ ਨਹੀਂ ਸੀ ਮੰਨੀ ਤੁਹਾਨੂੰ ਲੱਗਦਾ ਬਾਪੂ ਜੀ ਕਿਸਾਨਾਂ ਕਰਕੇ ਤੁਸੀਂ ਇੱਥੇ ਬੈਠੇ ਹੋ ਕਿਸਾਨਾਂ ਦੀ ਸਪੋਰਟ ਕਰ ਰਹੇ ਹੋ ਕਿਸਾਨ ਦਿੱਲੀ ਬੈਠੇ ਨੇ ਬਹੁਤ ਲੰਮਾ ਸਮਾਂ ਹੋ ਗਿਆ 300 ਤੋਂ ਵਧੇਰੇ ਜਾਨਾਂ ਵੀ ਕਿਸਾਨ ਗਵਾ ਚੁੱਕੇ ਨੇ ਲੱਗਦਾ ਕਿ ਮਸਲਾ ਹੱਲ ਹੋ ਜਾਊਗਾ ਜੀ 101 ਨੰਬਰ ਆਵੇਗਾ 101 ਨੰਬਰ ਆਵੇਗਾ 101 100 ਤੇ ਨਹੀਂ ਜਾਣਗੇ 101 ਆਵੇਗਾ ਆਵੇਗਾ ਮੈਂ ਇਹਨਾਂ ਨਾਲ ਕਿਹੜੇ ਟਾਈਮ ਦਾ ਸੰਨ ਦਾ ਮਿਲਿਆ ਇਹ ਕਦੋਂ ਦਾ ਬਾਪੂ ਜੀ ਮੇਰੇ ਪਿੰਡ ਦਾ ਲੱਗਦਾ ਕਰਨਾਲ ਤੋਂ ਬਾਪੂ ਜੀ ਇੱਥੇ ਆਏ ਹੋ ਕਿੰਨੇ ਦਿਨ ਹੋ ਗਏ ਇੱਥੇ ਆਏ ਨੂੰ ਬਹੁਤ ਸਾਰੇ ਸਾਡੀ ਪੰਜਾਬ ਵਿੱਚ ਵੀ ਜਗ੍ਹਾ ਹਰਿਆਣੇ 'ਚ ਵੀ ਜਗ੍ਹਾ अच्छा किसानों को मनाने का सेहरा राज्य मंत्री के सिर बंधा किसान अंदोलन सथगित अच्छा ये सारे तुसी किसानों के लिए किते ने आज तक है जी जी किसानों ने बिजली घर पर जड़ा ताला किया प्रदर्शन आ बापू जी हो रहे दी तस्वीर तुसी देखोगे तो बड़ा लंबा समा हो गया मैं लगता बापू जी फिर इस काम दे विच जी हुण भी मतलब पूरी आस हैगी तुहानूं उम्मीद पूरी होगी फिर तो मैं लगता 101 नंबर लैके निकलणगे जिद्दां उत्थों निकलणगे
ਹੋ ਸਕਦਾ ਰਾਜ ਸਾਰਾ ਹੀ ਮੁੱਦਾ ਹੋ ਜਾਏ। ਕੁਦਰਤ ਦਾ ਰੰਗ ਨਹੀਂ ਕਿਸੇ ਨੇ ਪਾਇਆ। ਹੁਣ ਫਿਰ ਬਾਪੂ ਜੀ ਕੀ ਗੱਲ ਹੋਈ ਪੁਲਿਸ ਦੇ ਨਾਲ, ਕਿਉਂਕਿ ਤੁਹਾਨੂੰ ਗ੍ਰਿਫਤਾਰ ਕਰਨ ਆ ਗਈ ਸੀ ਆ ਤਾਂ ਚਲੋ ਮੁੰਡੇ ਆ ਗਏ ਕੁੜੀਆਂ ਆ ਗਈਆਂ ਤੁਹਾਨੂੰ ਬਚਾਉਣ ਦੇ ਲਈ, ਤਾਂ ਹੁਣ ਕੀ ਕਰਨਗੇ? 2-3 ਵਾਰੀ ਆ ਗਏ ਤੁਹਾਨੂੰ ਫੜਨ, ਹੁਣ ਕੀ ਅਗਲੀ ਕੀ ਹੋਊਗੀ? ਇੱਥੇ ਹੀ ਬੈਠੇ ਰਹੋਗੇ ਜਾਂ ਫਿਰ ਚਲੇ ਜਾਓਗੇ? ਜਾਊਂਗਾ ਮੈਨੂੰ ਚੁੱਕ ਕੇ ਤੇ ਕੋਈ ਵੀ ਲੈ ਜੇ, ਮੈਂ ਉੱਠ ਕੇ ਨਹੀਂ ਜਾਊਂਗਾ ਜਿੰਨੇ ਚਿਰ ਮੇਰੇ ਸਾਹ ਹੈ। ਜੇ ਗ੍ਰਿਫਤਾਰ ਵਗੈਰਾ ਕਰਦੇ ਨੇ ਫਿਰ? ਉਹ ਜਾਨੀ ਕਿ ਮੈਂ ਜੇਲੇ ਬੜੀਆਂ ਰਹਿ ਗਿਆ, ਕਈਆਂ ਜੇਲੇ ਗਿਆ। ਪਹਿਲਾਂ ਵੀ ਬਾਪੂ ਜੀ ਗ੍ਰਿਫਤਾਰੀਆਂ ਵਗੈਰਾ ਦਿੱਤੀਆਂ ਅੰਦੋਲਨਾਂ ਦੇ ਵਿੱਚ? ਹਮਾਰੇ ਸ਼ੌਣੀ ਜੇਲ੍ਹ 'ਚ ਬੰਦ ਰਹੇ, ਪਟਿਆਲੇ ਬੰਦ ਰਹੇ, ਚੱਪੜ ਜੇਲ੍ਹ 'ਚੋਂ ਬਟਾਲੇ ਬੰਦ ਰਿਹਾ। ਮੈਂ ਨਿਸ਼ਾਨ ਵਿਖਾਓ ਕਿੱਥੇ ਬੰਦੇ ਬਹਾਦਰ ਦਾ ਮੈਦਾਨ, ਅੱਧਾ ਪੰਜਾਬ ਖਾ ਗਈ, ਅੱਧਾ ਦਿੱਲੀ ਖਾ ਗਈ। ਲੱਗਦਾ ਮੈਨੂੰ ਇਤਿਹਾਸ ਤੋਂ ਜਾਣੂ ਨਹੀਂ ਤੁਹਾਡੇ ਤੋਂ ਜੀ। ਉਨੀ ਸਿੱਖੀ ਦੇ ਪ੍ਰਗਟ ਹੋਣ ਤੇ ਇਹ ਅੱਜ ਤੋਂ ਨਹੀਂ ਸ਼ੁਰੂ ਤੋਂ ਲੈ ਕੇ ਸੜਦੇ ਨੇ। ਗੁਰੂ ਨਾਨਕ ਦੇਵ ਕਿਹੜਾ ਲੜਨਾ ਸੀ ਕਿਸੇ ਨੇ? ਉਹਦੇ 14 ਸਾਧਨ ਸੱਚ ਕੇ ਆਪਣਾ ਗਿਆਨ ਦਿੰਦਾ ਤੇ ਉਹਨੂੰ ਬਾਬਰ ਫੜ ਕੇ ਇਮਨਾਬਾਦ ਦੇ ਅੰਦਰ ਦੇ ਦਿੱਤਾ। ਮੈਨੂੰ ਲੱਗਦਾ ਬਾਪੂ ਜੀ ਬਹੁਤ ਸਾਰੇ ਜਿਹੜੇ ਨੌਜਵਾਨ ਨੇ ਮੇਰੀ ਉਮਰ ਦੇ ਨੇ ਤੁਹਾਨੂੰ ਦੇਖ ਕੇ ਹੌਸਲੇ 'ਚ ਆ ਜਾਂਦੇ ਹੋਣਗੇ ਇੱਥੇ ਤੁਸੀਂ ਬੈਠੇ ਨੂੰ ਦੇਖ ਕੇ। ਜਾ ਕੇ ਨੇ ਉਦੋਂ ਦਾ ਜਿੱਦਾਂ ਦਾ ਪਹਿਲਾਂ ਜੰਗ ਹੋਇਆ ਜਾ ਕੇ ਨੇ ਸਾਰਾ ਪਰਿਵਾਰ ਜਾ ਕੇ ਉਹਨੇ ਸਾਡੇ ਅੰਦਰ ਗਰਮਾਈ ਆ ਗਈ, ਪਹਿਲਾਂ ਠੰਡੇ ਹੋ ਗਏ। ਜਿਹੜੇ ਬਾਪੂ ਜੀ ਚੰਡੀਗੜ੍ਹ ਤੋਂ ਜਾਂਦੇ ਨੇ ਆਉਂਦੇ ਨੇ, ਚੰਡੀਗੜ੍ਹ ਕੋਈ ਕੰਮਕਾਰ ਲਈ ਆਉਂਦੇ ਨੇ, ਉਹ ਕਿਹੋ ਜਿਹਾ ਸਹਿਯੋਗ ਕਿਹੋ ਜਿਹਾ ਦੇ ਕੇ ਜਾਂਦੇ ਨੇ ਤੁਹਾਨੂੰ? ਮਿਲਦੇ ਨੇ ਗੱਡੀ ਰੋਕ ਕੇ ਮਿਲਦੇ ਨੇ ਤੁਹਾਨੂੰ? ਦੇਖੋ ਜਿੰਨਾ ਜਿੰਨਾ ਦਿਮਾਗ ਹੈ ਜਿਹੜਾ ਬਾਣੇ ਵਾਲ ਗੱਲ ਸੁਣਦਾ ਹੈ ਉਹ ਇੱਥੇ ਗੱਡੀ ਖਿਲਾਰਦਾ। 1 ਮਿੰਟ ਅੱਜ ਤੇ ਪੁਲਿਸ ਖਲੋਣੇ ਕਈ ਗੱਡੀਆਂ ਖਲੋ ਜਾਂਦੀਆਂ ਨੇ। ਵਿਰੋਧ ਵੀ ਕਰਦੇ ਕੋਈ ਆ ਕੇ ਕਈ ਵਾਰੀ ਵੀ ਤੁਸੀਂ ਇੱਥੇ ਕਿਉਂ ਬੈਠੇ ਹੋ? ਨਹੀਂ ਆਪਣੇ ਨਾਲ ਸਿੱਖਾਂ ਦਾ ਕੋਈ ਵਿਰੋਧ ਨਹੀਂ, ਗੌਰਮੈਂਟ ਦਾ ਸਿਰਫ ਵਿਰੋਧ, ਗੌਰਮੈਂਟ ਇਕੱਲੀ ਹੈ, ਹੋਰ ਕੋਈ ਵਿਰੋਧੀ ਨਹੀਂ। ਮਤਲਬ ਇੱਥੇ ਹੀ ਡਟੇ ਰਹੋਗੇ ਜੀ ਤੁਸੀਂ? ਆਪਾਂ ਮਰ ਜਾਈਏ ਇੱਥੋਂ ਉੱਠ ਕੇ ਨਹੀਂ ਜਾਾਂਗੇ। ਉਂਝ ਭਾਵੇਂ ਚੁੱਕ ਕੇ ਮੈਨੂੰ ਉਹਨੇ ਜੇਲ੍ਹ ਸੁੱਟ ਦੇਣਾ, ਮੈਨੂੰ ਕੋਈ ਵੀ ਕਰਨਾ। ਅੱਛਾ ਉਮਰ ਕਿੰਨੀ ਹੈ ਬਾਪੂ ਜੀ ਤੁਹਾਡੀ? 70 ਸਾਲ ਦੇ ਨੇੜੇ ਹੋਣੀ ਹੈ। 70 ਸਾਲਾਂ ਦਾ ਬਜ਼ੁਰਗ ਕਹਿ ਰਹੇ ਨੇ ਕਿ ਮਰ ਭਾਵੇਂ ਜਾਈਏ, ਗ੍ਰਿਫਤਾਰ ਭਾਵੇਂ ਹੋ ਜਾਈਏ, ਪਰ ਪਿੱਛੇ ਨਹੀਂ ਹਟਾਂਗੇ। ਬਜ਼ੁਰਗ ਨੂੰ ਮਿਲਣ ਵਾਸਤੇ ਗੱਡੀਆਂ ਰੋਕ ਕੇ ਵੀ ਜਿਹੜੇ ਰਾਹਗੀਰ ਨੇ ਉਹ ਆਉਂਦੇ ਨੇ, ਹਾਲ ਚਾਲ ਪੁੱਛਦੇ ਨੇ ਕਿ ਕਿੱਦਾਂ ਨੇ। ਇਹਨਾਂ ਨਾਲ ਗੱਲਬਾਤ ਵੀ ਆਪਾਂ ਕਰਾਂਗੇ, ਆਖਰ ਪੁੱਛਾਂਗੇ ਕਿ ਕਦੋਂ ਤੋਂ ਇਹਨਾਂ ਨੂੰ ਜਾਣਦੇ ਨੇ, ਕਿਉਂ ਰੁਕੇ ਨੇ, ਇਹਨਾਂ ਨਾਲ ਇਹਨਾਂ ਦੇ ਜਜ਼ਬਾਤ ਕੀ ਨੇ। ਮੈਡਮ ਤੁਸੀਂ ਪਹਿਲਾਂ ਜਾਣਦੇ ਹੋ ਬਾਪੂ ਜੀ ਨੂੰ? ਹਾਂਜੀ ਬਾਪੂ ਜੀ 6 ਮਾਰਚ ਤੋਂ ਇੱਥੇ ਬੈਠ ਰਹੇ ਆ। ਅਸੀਂ ਬਾਪੂ ਜੀ ਕੋਲ ਰੋਜ਼ ਆਉਂਦੇ ਆ, ਰੋਜ਼ ਉਹਨਾਂ ਨੂੰ ਮਿਲ ਕੇ ਜਾਂਦੇ ਆ ਤੇ ਸਾਡੀ ਜ਼ਮੀਰ ਬਾਪੂ ਜੀ ਨੇ ਜਗਾਈ ਹੈ ਤੇ ਹੁਣ ਆਪਾਂ ਇਹ ਜੰਗ ਸਾਰੇ ਨਾਲ ਇਕੱਠੇ ਹੋ ਕੇ ਹੀ ਲੜਾਂਗੇ। ਅੱਜ ਤੁਸੀਂ ਕਿਉਂ ਆਏ ਹੋ? ਕਿਉਂਕਿ ਬਾਪੂ ਜੀ ਨਾਲ ਅੱਜ ਗ੍ਰਿਫਤਾਰੀ ਵੀ ਪੈਣ ਲੱਗੀ ਸੀ ਤੇ ਇੱਥੇ ਵਿਰੋਧ ਵੀ ਹੋਇਆ, ਉਸ ਕਾਰਨ ਕਰਕੇ ਆਏ ਹੋ ਗੱਡੀ ਲੈ ਕੇ? ਨਹੀਂ ਅਸੀਂ ਰੋਜ਼ ਹੀ ਬਾਪੂ ਜੀ ਕੋਲ ਆਉਂਦੇ ਹਾਂ। ਅਸੀਂ ਸਵੇਰੇ 9 ਵਜੇ ਆਉਂਦੇ ਹਾਂ, ਰਾਤੀ 8:30 ਵਜੇ ਵੀ ਜਾਂਦੇ ਹਾਂ। ਅੱਜ ਥੋੜਾ ਮਾਹੌਲ ਇਦਾਂ ਦਾ ਸੀ ਲੋਕਡਾਊਨ ਵਾਲਾ, ਤਾਂ ਅੱਜ ਅਸੀਂ ਲੇਟ ਹੋ ਗਏ। ਅੱਜ ਜਿੱਦਾਂ ਪਹਿਲਾਂ ਤੁਸੀਂ ਇੱਥੇ ਖੜਦੇ ਸੀ, ਸ਼ਾਮ ਪੈਂਦੀ ਸੀ ਤਾਂ ਹੱਥਾਂ ਦੇ ਵਿੱਚ ਜਿਹੜੇ ਪੋਸਟਰ ਲੈ ਕੇ ਖੜਦੇ ਸੀ, ਜਿਹੜੇ ਦਫ਼ਤਰਾਂ ਤੋਂ ਘਰ ਜਾਂਦੇ ਸੀ, ਉਹ ਵੀ ਲੋਕ ਤੁਹਾਡੀ ਸਪੋਰਟ ਕਰਦੇ ਸੀ। ਅੱਜ ਕੀ ਪਲਾਨ ਹੈ? ਅੱਜ ਵਿਚਾਰ ਹੈਗਾ ਖੜਨ ਦਾ ਜਾਂ ਫਿਰ ਅੱਜ ਨਹੀਂ ਖੜੋਗੇ ਤੁਸੀਂ? ਨਹੀਂ ਅੱਜ ਅਸੀਂ ਖੜਾਂਗੇ, ਅੱਜ ਵੀ ਖੜਾਂਗੇ। 2 ਘੰਟੇ ਖੜਾਂਗੇ ਜਿਹੜਾ ਲਿਖ ਕੇ ਦਿੱਤਾ ਹੈ। ਬਾਪੂ ਜੀ ਪੁਲਿਸ ਪ੍ਰਸ਼ਾਸਨ ਵੀ ਰੋਕ ਸਕਦਾ, ਫਿਰ ਉਹੀ ਗੱਲ ਆ ਗਈ। ਫਿਰ ਲੜਾਈ ਹੋਵੇਗੀ। ਜਿਵੇਂ ਬਾਈ ਜੀ ਅੱਗੇ ਖੜਦੇ ਸੀ ਉਵੇਂ ਹੀ ਅੱਜ ਵੀ ਖੜਾਂਗੇ। ਹਾਂਜੀ ਜਿਵੇਂ ਪਹਿਲਾਂ ਖੜਦੇ ਸੀ ਉਵੇਂ ਹੀ ਖੜਾਂਗੇ। ਤੁਸੀਂ ਦੇਖੋਗੇ ਗੱਡੀ ਦੇ ਵਿੱਚ ਆਏ ਨੇ ਬਾਪੂ ਜੀ ਨੂੰ ਮਿਲਣ ਵਾਸਤੇ, ਤਾਂ ਅੱਜ ਜਿਸ ਤਰੀਕੇ ਦੇ ਨਾਲ ਪਤਾ ਲੱਗਿਆ ਹੈਗਾ ਤੇ ਇਹ ਅੱਜ ਇੱਥੇ ਪਹੁੰਚੇ ਨੇ। ਮੈਡਮ ਨਾਲ ਗੱਲਬਾਤ ਕਰਦੇ ਹਾਂ। ਮੈਡਮ ਕਿੱਦਾਂ ਦੇਖਦੇ ਹੋ ਜੀ, ਬਜ਼ੁਰਗ ਦੀ ਸਪੋਰਟ ਦੇ ਲਈ ਆਏ ਹੋ ਜੀ, ਪਹਿਲਾਂ ਵੀ ਆਉਂਦੇ ਹੋਵੋਗੇ ਮੈਨੂੰ ਲੱਗਦਾ? ਹਾਂਜੀ ਅਸੀਂ ਇੱਥੇ ਰੋਜ਼ ਹੀ ਆਉਂਦੇ ਆ, ਹਫਤੇ ਤੋਂ ਅਸੀਂ ਸਵੇਰੇ ਆ ਜਾਂਦੇ ਆ ਤੇ ਸ਼ਾਮੀ ਜਾਂਦੇ ਆ। ਪਰ ਹੁਣ ਜਿੱਦਾਂ ਲੋਕਡਾਊਨ ਸੀਗਾ ਅੱਜ ਤੇ ਸਾਡੇ ਵੀ ਪੇਰੈਂਟਸ ਨੇ ਨਹੀਂ ਅਲਾਉ ਕੀਤਾ, ਸੋ ਹੁਣ ਅਸੀਂ ਥੋੜਾ ਜਿਹਾ ਆਫਿਸ ਦੇ ਕੰਮ ਨੂੰ ਗਏ ਸੀ ਤੇ ਫਿਰ ਅਸੀਂ ਇੱਥੇ ਆ ਗਏ ਕਿ ਚਲੋ 5 ਮਿੰਟ ਮਿਲ ਕੇ ਜਾਂਦੇ ਆ। ਜੇ ਤੁਸੀਂ ਇੱਥੇ ਖੜਦੇ ਹੋਗੇ ਤੁਹਾਨੂੰ ਸਹਿਯੋਗ ਕਿਹੋ ਜਿਹਾ ਮਿਲਦਾ? ਲੋਕ ਕਿਵੇਂ ਦਾ ਤੁਹਾਨੂੰ ਸਹਿਯੋਗ ਕਰਦੇ ਨੇ? ਨਹੀਂ ਲੋਕ ਬਹੁਤ ਵਧੀਆ ਸਹਿਯੋਗ ਕਰਦੇ ਨੇ, ਸਗੋਂ ਮੈਨੂੰ ਤਾਂ ਬਹੁਤ ਵਧੀਆ ਲੱਗਦਾ ਹੈ। ਲੋਕੀ ਕਾਰਾਂ ਚੋਂ ਨਿਕਲ ਕੇ ਬਾਹਰ ਬਾਪੂ ਜੀ ਲਈ ਸਮਾਨ ਲੈ ਕੇ ਆਉਂਦੇ ਨੇ ਜਾਂ ਉਹਨਾਂ ਤੋਂ ਆ ਕੇ ਬੈਠਦੇ ਨੇ। ਬਹੁਤ ਵਧੀਆ ਗੱਲ ਹੈ ਕਿਉਂਕਿ ਇਹ ਸਾਰਿਆਂ ਦੀ ਰੋਟੀ ਦਾ ਮਸਲਾ, ਸਾਡੇ ਇਕੱਲਿਆਂ ਦੀ ਨਹੀਂ। ਅੱਜ ਬਾਪੂ ਜੀ ਨੂੰ ਗ੍ਰਿਫਤਾਰ ਕਰਨ ਦੇ ਲਈ ਆਏ ਸੀਗੇ ਪਰ ਗ੍ਰਿਫਤਾਰੀ ਨਹੀਂ ਹੋਣ ਦਿੱਤੀ ਗਈ। ਤੁਹਾਨੂੰ ਲੱਗਦਾ ਕਿ ਜਿਸ ਤਰੀਕੇ ਨਾਲ ਬਾਪੂ ਜੀ ਨੂੰ ਗ੍ਰਿਫਤਾਰ ਕਰਦੇ ਨੇ, ਜਾਂ ਕਰੋਨਾ ਦਾ ਜਾਂ ਫਿਰ ਸਰਕਾਰ ਵੱਲੋਂ ਲੋਕਡਾਊਨ ਦਾ ਜੇਕਰ ਕੋਈ ਸਹਾਰਾ ਲਿਆ ਜਾਂਦਾ ਹੈਗਾ, ਤਾਂ ਕਿਤੇ ਨਾ ਕਿਤੇ ਤੁਹਾਨੂੰ ਉਖਾੜਨ ਦੇ ਵਿੱਚ, ਤੁਹਾਡੇ ਅੰਦੋਲਨ ਨੂੰ ਜਾਂ ਮੋਰਚੇ ਨੂੰ ਤੁਹਾਨੂੰ ਇੱਥੇ ਹਟਾਉਣ ਦੇ ਵਿੱਚ ਕਾਮਯਾਬ ਹੋਣਗੇ ਸਰਕਾਰ? ਦੇਖੋ ਜੇ ਤੇ ਸਾਰੇ ਇਕੱਠੇ ਹੋ ਜਾਈਏ ਤੇ ਇਦਾਂ ਦਾ ਕੁਝ ਨਹੀਂ ਹੋ ਸਕਦਾ, ਤੇ ਜੇ ਤੇ ਪੋਲਿਟਿਕਸ ਚੱਲਣੀ ਆ ਫਿਰ ਤੇ ਬਹੁਤ ਕੁਝ ਹੋ ਸਕਦਾ ਆ।
ਤੇ ਇਹੀ ਹੈ, ਸਾਰਿਆਂ ਨੂੰ ਇਹੀ ਹੈ ਕਿ ਦੇਖੋ ਰੋਟੀ ਸਾਰਿਆਂ ਨੇ ਖਾਣੀ ਆ, ਆਉਣ ਵਾਲੇ ਸਮੇਂ 'ਚ ਸਾਰਿਆਂ ਨੂੰ ਪਤਾ ਚੱਲਣਾ ਇਹ ਚੀਜ਼ ਕੀ ਆ, ਤੇ ਇਹਨਾਂ ਸਾਰਿਆਂ ਨੂੰ ਅੱਜ ਇਕੱਠੇ ਰਹਿਣਾ ਚਾਹੀਦਾ ਆ ਤਾਂ ਜੋ ਸਾਡਾ ਕੱਲ ਵਧੀਆ ਬਣ ਸਕੇ। ਸਾਰਿਆਂ ਨੂੰ ਇਕੱਠੇ ਰਹਿਣਾ ਚਾਹੀਦਾ ਤੇ ਤਾਂ ਕਿ ਸਾਡਾ ਕੱਲ ਵਧੀਆ ਬਣ ਸਕੇ। ਤਾਂ ਤੁਸੀਂ ਦੇਖ ਰਹੇ ਹੋਵੋਗੇ ਆਮ ਲੋਕ ਵੀ ਜਿਹੜੇ ਉਹ ਸਪੋਰਟ ਕਰ ਰਹੇ ਨੇ, ਤਾਂ ਸਪੋਰਟ ਕਰ ਰਹੇ ਨੇ ਕਿਉਂਕਿ ਲਗਾਤਾਰ ਭਾਵੇਂ ਚੰਡੀਗੜ੍ਹ ਦਾ ਕੋਈ ਵੀ ਚੌਂਕ ਹੋਵੇ, ਤੁਹਾਨੂੰ ਹੱਥਾਂ ਦੇ ਵਿੱਚ ਖੜੇ ਹੋਏ ਲੋਕ ਜ਼ਰੂਰ ਨਜ਼ਰ ਆਉਣਗੇ, ਗੱਡੀਆਂ ਤੇ ਕਿਸਾਨੀ ਦੇ ਝੰਡੇ ਲੱਗੇ ਹੋਏ ਜ਼ਰੂਰ ਨਜ਼ਰ ਆਉਣਗੇ। ਤਾਂ ਕਿਤੇ ਨਾ ਕਿਤੇ ਲੋਕਾਂ ਦੇ ਵਿੱਚ ਕ੍ਰਾਂਤੀ ਜ਼ਰੂਰ ਆਈ ਹੈ ਤੇ ਕਹਿ ਰਹੇ ਨੇ ਕਿ ਬਜ਼ੁਰਗ ਸਾਨੂੰ ਜਗਾ ਰਹੇ ਨੇ, ਜੇ ਬਜ਼ੁਰਗ ਇੱਥੋਂ ਹਟਾਉਂਦੇ ਨੇ ਤਾਂ ਵਿਰੋਧ ਹੋਣਾ ਜਿਹੜਾ ਉਹ ਲਾਜ਼ਮੀ ਸੀ। ਹੋਰ ਵੀ ਜਿਹੜੇ ਲੋਕ ਨੇ ਜਿਹੜੇ ਇੱਥੇ ਸਪੋਰਟ ਕਰਨ ਆਏ ਸੀ ਉਹਨਾਂ ਨਾਲ ਵੀ ਆਪਾਂ ਗੱਲਬਾਤ ਕਰਦੇ ਹਾਂ, ਉਹਨਾਂ ਤੋਂ ਵੀ ਜਾਣਦੇ ਹਾਂ ਕਿ ਆਖਰ ਉਹ ਕੀ ਕਹਿੰਦੇ ਨੇ, ਕਿਵੇਂ ਸਾਰਾ ਮਾਮਲਾ ਸੀ, ਉਹਨਾਂ ਤੋਂ ਵੀ ਸਮਝਦੇ ਹਾਂ ਪੂਰੀ ਮਾਮਲਾ ਕੀ ਸੀਗਾ, ਗੱਲਬਾਤ ਕੀ ਹੋਈ। ਸਰ ਐਕਚੁਅਲ 'ਚ ਅਸੀਂ ਇਹ ਜਿਹੜੇ ਬਾਬਾ ਜੀ ਇੱਥੇ ਬੈਠੇ ਆ ਮਟਕਾ ਚੌਂਕ ਤੇ, ਇਹ 6 ਮਾਰਚ ਤੋਂ ਇੱਥੇ ਬੈਠੇ ਆ। ਇਹ ਬਾਬਾ ਜੀ ਦੇ ਸੈਂਟੀਮੈਂਟਸ ਜੁੜੇ ਹੋਏ ਆ ਇਸ ਪ੍ਰੋਟੈਸਟ ਦੇ ਨਾਲ। ਇਹ ਅਰਦਾਸ ਕਰਕੇ ਬੈਠੇ ਸੀ ਕਿ ਜਿੰਨੀ ਦੇਰ ਤੱਕ ਧਰਨਾ ਫਤਿਹ ਨਹੀਂ ਹੁੰਦਾ ਦਿੱਲੀ, ਸਾਡੇ ਕਾਲੇ ਕਾਨੂੰਨ ਰੱਦ ਨਹੀਂ ਹੁੰਦੇ, ਮੈਂ ਉਨੀ ਦੇਰ ਤੱਕ ਇੱਥੇ ਉੱਠੂੰਗਾ ਨਹੀਂ। ਤੇ ਪਹਿਲਾਂ ਵੀ 3-4 ਵਾਰੀ ਬਾਬਾ ਜੀ ਨਾਲ ਧੱਕਾ ਹੋ ਚੁੱਕਿਆ, ਪ੍ਰਸ਼ਾਸਨ ਬਾਬਾ ਜੀ ਨੂੰ ਉਠਾਉਣ ਆਇਆ, ਬਾਬਾ ਜੀ ਦਾ ਸਮਾਨ ਚੱਕਣ ਆਇਆ। ਰਾਤ ਵੀ ਬਾਬਾ ਜੀ ਇੱਥੇ ਹੈ ਨਹੀਂ ਸੀਗੇ ਤੇ ਬਾਬਾ ਜੀ ਦਾ ਸਾਰਾ ਸਮਾਨ ਚੱਕ ਕੇ ਲੈ ਗਏ ਇੱਥੋਂ। ਤੇ ਸਵੇਰੇ ਅਸੀਂ ਸਾਰੇ 10 ਕੁ ਜਾਣੇ ਜਿਵੇਂ ਡੇਲੀ ਆਉਂਦੇ ਆ ਬਾਬਾ ਜੀ ਦੇ ਕੋਲੇ, ਅਸੀਂ ਆਏ, ਅਸੀਂ ਕੋਈ ਇਸ ਚੱਕਰ 'ਚ ਨਹੀਂ ਆਏ ਸੀ ਕਿ ਅਸੀਂ ਪ੍ਰੋਟੈਸਟ ਕਰਨਾ ਜਾਂ ਅਸੀਂ ਪ੍ਰਸ਼ਾਸਨ ਦੇ ਖਿਲਾਫ ਖੜੇ ਹੋਣਾ। ਅਸੀਂ ਜਿਵੇਂ ਬਾਬਾ ਜੀ ਨੂੰ ਸਾਰੇ ਮਿਲਣ ਆਉਂਦੇ ਅਸੀਂ ਉੱਦਾਂ ਮਿਲਣ ਆਏ ਸੀ। ਪੁਲਿਸ ਵਾਲੇ ਆਏ, ਉਹ ਬਾਬਾ ਜੀ ਨੂੰ ਯਾਨੀ ਕਿ ਬਾਬਾ ਜੀ ਦੇ ਨਾਲ ਕਰਨ ਲੱਗੇ ਕਿ ਨਹੀਂ ਤੁਸੀਂ ਉੱਠੋ ਇੱਥੋਂ, ਸਾਨੂੰ ਸਾਰਿਆਂ ਨੂੰ ਕਹਿੰਦੇ ਤੁਸੀਂ ਜਾਓ। ਤਾਂ ਅਸੀਂ ਇਹ ਗੱਲ ਕਹੀ ਕਿ ਅਸੀਂ ਕੋਈ ਪ੍ਰਸ਼ਾਸਨ ਦੇ ਅਗੇਂਸਟ ਨਹੀਂ ਆ, ਠੀਕ ਆ, ਅਸੀਂ ਉਹਨਾਂ ਦੇ ਨਾਲ ਆ। ਤੇ ਬਾਕੀ ਇਹ ਸਰਕਾਰਾਂ ਹੁਣ ਕਰੋਨਾ ਦੇ ਨਾਂ ਤੇ ਸਿਰਫ ਸਾਡੇ ਸੰਘਰਸ਼ ਨੂੰ ਖਤਮ ਕਰਨ ਦੀ ਕੋਸ਼ਿਸ਼ ਕਰ ਰਹੇ ਆ, ਪਰ ਅਸੀਂ ਬਿਲਕੁਲ ਵੀ ਇਸ ਧਰਨੇ ਨੂੰ ਖਤਮ ਨਹੀਂ ਹੋਣ ਦੇਵਾਂਗੇ। ਠੀਕ ਹੈ, ਉਹਨਾਂ ਨੇ ਸਾਨੂੰ ਸੋਸ਼ਲ ਡਿਸਟੈਂਸਿੰਗ ਕਹੀ, ਮਾਸਕ ਕਹੀ, ਅਸੀਂ ਸਭ ਕੁਝ ਉੱਦਾਂ ਕਰਾਂਗੇ, ਪਰ ਅਸੀਂ ਇੱਥੋਂ ਨਹੀਂ ਹਿੱਲਾਂਗੇ। ਇੱਕ ਬਜ਼ੁਰਗ ਦੇ ਨਾਲ ਇੱਥੇ ਧੱਕਾ ਹੋ ਰਿਹਾ ਤਾਂ ਅਸੀਂ ਕੀ ਆ। ਜੀ ਅੱਜ ਧਾਰਾ 144 ਲੱਗੀ ਹੋਈ ਹੈ ਚੰਡੀਗੜ੍ਹ ਦੇ ਵਿੱਚ, ਕਿਹਾ ਗਿਆ ਸੀ ਕਿ 2 ਦਿਨ ਵਾਸਤੇ ਤੁਸੀਂ ਨਾ ਪ੍ਰੋਟੈਸਟ ਕਰੋ ਤੇ ਉਹ ਜਿਹੜੇ 5 ਦਿਨ ਹੁੰਦੇ ਨੇ ਵੀਕਐਂਡ ਦੇ ਵਿੱਚ ਤੁਹਾਨੂੰ ਨਹੀਂ ਰੋਕਾਂਗੇ, ਤਾਂ ਪੁਲਿਸ ਵੱਲੋਂ ਇਹ ਕਿਹਾ ਗਿਆ ਹੈਗਾ। ਤੁਹਾਨੂੰ ਲੱਗਦਾ ਨਹੀਂ ਕਿ 2 ਦਿਨ ਧਰਨੇ ਨੂੰ ਚੁੱਕ ਲੈਣਾ ਚਾਹੀਦਾ ਸੀਗਾ ਜਾਂ ਹਟ ਜਾਣਾ ਚਾਹੀਦਾ ਸੀ, ਖੜਨਾ ਨਹੀਂ ਚਾਹੀਦਾ ਸੀ? ਸਰ ਇਹਨਾਂ ਨੇ 50 ਲੋਕਾਂ ਨੂੰ ਕਿਹਾ ਕਿ 50 ਲੋਕਾਂ ਤੱਕ ਇਕੱਠੇ ਤੁਸੀਂ ਉਦੋਂ ਵੱਧ ਹੁੰਨੇ ਆ ਤਾਂ ਧਾਰਾ 144 ਹੈ। ਅਸੀਂ ਤਾਂ 10 ਕੁ ਜਾਣੇ ਹੀ ਸੀ, ਹੁਣ ਵੀ ਮੇਰੇ ਖਿਆਲ ਦੇ ਵਿੱਚ ਅਸੀਂ 50 ਜਾਣੇ ਨਹੀਂ ਇੱਥੇ ਇਕੱਠੇ ਹੈਗੇ। ਅਸੀਂ ਸਿਰਫ ਬਾਬਾ ਜੀ ਨੂੰ ਮਿਲਣ, ਸਿਰਫ ਲਾਅ ਇਹਨਾਂ ਨੇ ਸਾਡੇ ਕਿਸਾਨਾਂ ਦੇ ਲਈ ਬਣਾਇਆ। ਕਰੋਨਾ 2 ਦਿਨਾਂ 'ਚ ਖਤਮ ਹੋ ਜਾਊਗਾ, ਸ਼ਨੀ ਤੇ ਐਤਵਾਰ ਕਰੋਨਾ ਖਤਮ ਹੋ ਜਾਊਗਾ ਤੇ ਮੰਡੇ ਨੂੰ ਕਰੋਨਾ ਦੁਬਾਰਾ ਫੇਰ, ਮਤਲਬ ਜਿਹੜਾ ਸ਼ਨੀ ਐਤਵਾਰ ਨੂੰ ਕਰੋਨਾ ਹੈ ਤੇ ਮੰਡੇ ਨੂੰ ਕਰੋਨਾ ਜਿਹੜਾ ਉਹ ਆ ਜਾਏਗਾ ਦੁਬਾਰਾ ਜਾਂ ਚਲੇ ਜਾਏਗਾ। ਇਹ ਸਿਰਫ ਸਰਕਾਰ ਦੀ ਸਟ੍ਰੈਟਜੀ ਹੈ, ਸਿਰਫ ਤੇ ਸਿਰਫ ਕਿਸਾਨੀ ਅੰਦੋਲਨ ਨੂੰ ਖਤਮ ਕਰਨ ਦੀ ਸਰਕਾਰ ਦੀ ਤਿਆਰੀ ਹੈ। ਪਰ ਇਸ ਸੰਘਰਸ਼ ਨੂੰ ਖਤਮ ਕਰਨਾ ਸਰਕਾਰ ਦੇ ਲਈ ਏਡਾ ਸੌਖਾ ਨਹੀਂ ਹੈਗਾ। ਜੇ ਮੋਦੀ ਸਰਕਾਰ ਇਸ ਚੀਜ਼ ਦੇ ਉੱਤੇ ਅੜੀ ਹੋਈ ਹੈ ਤਾਂ ਅਸੀਂ ਵੀ ਸਾਰੇ ਇੱਥੇ ਅੜੇ ਹੋਏ ਹਾਂ, ਸਾਨੂੰ ਵੀ ਜੋ ਕਰਨਾ ਪੈ ਗਿਆ ਅਸੀਂ ਕਰਾਂਗੇ, ਪਰ ਅਸੀਂ ਸਰਕਾਰ ਦੀ ਇਹ ਗੁੰਡਾਗਰਦੀ ਤੇ ਧੱਕਾਸ਼ਾਹੀ ਆਪਦੇ ਤੇ ਸਹਿਣ ਨਹੀਂ ਹੋਣ ਦੇਵਾਂਗੇ ਬਿਲਕੁਲ ਵੀ। ਹੋਰ ਮੈਡਮ ਦੇ ਨਾਲ ਗੱਲਬਾਤ ਕਰਦੇ ਹਾਂ। ਮੈਡਮ, ਗੱਲਬਾਤ ਕੀ ਹੋਈ, ਕਿੱਥੇ ਕੁ ਜਾ ਕੇ ਕਹਾਣੀ ਖੜੀ ਹੈ, ਹੁਣ ਕੀ ਕਹਿ ਕੇ ਗਏ ਨੇ ਪੁਲਿਸ ਵਾਲੇ? ਤੁਹਾਨੂੰ ਕੋਈ ਹਦਾਇਤ ਵਗੈਰਾ ਉਹਨਾਂ ਨੇ ਦਿੱਤੀ ਹੈ? ਗੱਲ ਇਦਾਂ ਹੋਈ ਹੈ ਵੀਰੇ, ਜ਼ਬਰਦਸਤੀ ਚੱਕਣਾ ਚਾਹੁੰਦੇ ਸੀ, ਆਪਾਂ ਸਾਰੇ ਇਕੱਠੇ ਹੋਏ, ਆਪਾਂ ਸਾਰਿਆਂ ਨੇ ਵਿਰੋਧ ਕੀਤਾ ਇਸ ਗੱਲ ਦਾ, ਤੇ ਹੁਣ ਗੱਲ ਇੱਥੇ ਆ ਕੇ ਮੁੱਕੀ ਆ। ਉਹ ਕਹਿੰਦੇ ਅਸੀਂ ਇਕੱਲੇ ਬਾਪੂ ਜੀ ਨੂੰ ਨਹੀਂ ਚੱਕਦੇ, ਪਰ ਤੁਸੀਂ ਇੱਥੇ ਗੈਦਰਿੰਗ ਨਾ ਕਰਿਓ, 4 ਤੋਂ ਵੱਧ ਬੰਦੇ ਇਕੱਠੇ ਨਾ ਹੋਇਓ, ਉਹਨਾਂ ਨੂੰ ਅਸੀਂ ਚੱਕਦੇ ਨਹੀਂ। ਪਰ ਅਸੀਂ ਨਾਲ ਦੀ ਨਾਲ ਇਹ ਅਪੀਲ ਕਰਾਂਗੇ, ਸਾਨੂੰ ਕੋਈ ਸ਼ੌਂਕ ਨਹੀਂ ਹੈਗਾ ਇੱਥੇ ਆ ਕੇ ਬੈਠਣ ਦਾ, ਸਾਨੂੰ ਕੋਈ ਚੋਅ ਨਹੀਂ ਚੜਿਆ। ਲੋਕਤੰਤਰ ਦੇ ਵਿੱਚ, ਸੰਵਿਧਾਨ ਦੇ ਵਿੱਚ ਸਾਨੂੰ ਇੱਕ ਸੰਵਿਧਾਨ ਦਾ ਇੱਕ ਮੁੱਢਲਾ ਆਪਾਂ ਪੜ੍ਹ ਸਕਦੇ ਹਾਂ ਕਿ ਲੋਕਤੰਤਰ ਲੋਕਾਂ ਦਾ, ਲੋਕਾਂ ਦੁਆਰਾ ਤੇ ਲੋਕਾਂ ਲਈ ਸ਼ਾਸਨ ਹੈ। ਤੇ ਜੇ ਲੋਕ ਅੱਜ ਕਿਸੇ ਚੀਜ਼ ਦੇ ਲਈ ਨਾਰਾਜ਼ਗੀ ਜਤਾ ਰਹੇ ਨੇ ਤੇ ਲੋਕਾਂ ਦੀ ਮੰਨੀ ਕਿਉਂ ਨਹੀਂ ਜਾ ਰਹੀ? ਸਾਨੂੰ ਕੋਈ ਚੋਅ ਥੋੜੀ ਹੈ। ਅਸੀਂ ਲੋਕਡਾਊਨ ਦੇ ਵਿੱਚ ਵੀ ਆ ਕੇ ਘਰਾਂ ਤੋਂ ਬਾਹਰ, ਜਦ ਕਿ ਤੁਸੀਂ ਇੰਨਾ ਡਰਾਬਾ ਦੇ ਰੱਖਿਆ ਕਰੋਨਾ ਦਾ ਕਿ ਐਡੀ ਭਿਆਨਕ ਬਿਮਾਰੀ ਫੈਲੀ ਹੋਈ ਆ, ਅਸੀਂ ਫਿਰ ਵੀ ਜਾਨ ਦੀ ਪਰਵਾਹ ਕੀਤੇ ਬਿਨਾਂ ਅਸੀਂ ਸੜਕਾਂ ਤੇ ਬੈਠੇ ਆ ਕੇ। ਸੋ ਸਾਨੂੰ ਕੋਈ ਚੋਅ ਨਹੀਂ ਹੈਗਾ ਆ ਕੇ ਬੈਠਣ ਦਾ। ਗੱਲ ਇਹ ਹੈ ਵੀ ਹਾਂਜੀ, ਤੁਹਾਨੂੰ ਪਹਿਲਾਂ ਪੁਲਿਸ ਪ੍ਰਸ਼ਾਸਨ ਨੇ ਰੋਕਿਆ ਸੀਗਾ ਵੀ ਤੁਸੀਂ 2 ਦਿਨ ਲਈ ਨਾ ਆਓ ਕਿਉਂਕਿ ਵੀਕਐਂਡ ਲੋਕਡਾਊਨ ਲੱਗਿਆ, ਜਾਂ ਫਿਰ ਤੁਸੀਂ ਖਬਰਾਂ ਦੇ ਵਿੱਚ ਹੀ ਪੜ੍ਹਿਆ ਸੁਣਿਆ ਸੀ? ਨਹੀਂ, ਸਾਨੂੰ ਪੁਲਿਸ ਪ੍ਰਸ਼ਾਸਨ ਨੇ ਨਹੀਂ ਰੋਕਿਆ ਸੀ। ਅੱਜ ਸਿੱਧਾ ਹੀ ਆ ਕੇ ਉਹ ਵੀ ਗੱਲ ਕਹਾਣੀ ਕੀ ਬਣਾਈ ਹੈ, ਰਾਤ ਬਾਪੂ ਜੀ ਦਾ ਸਮਾਨ ਇੱਥੋਂ ਚੋਰੀ ਹੋ ਗਿਆ, ਸਮਾਨ ਚੋਰੀ ਹੋ ਗਿਆ ਤੇ ਸਵੇਰੇ ਪੁਲਿਸ ਨੇ ਕਹਾਣੀ ਜੀ ਬਣਾ ਕੇ ਇਦਾਂ ਇਹ ਵੀ ਸਾਡੇ ਕੋਲ ਕਿਸੇ ਨੇ ਕੰਪਲੇਂਟ ਕੀਤੀ ਹੈ ਵੀ ਤੁਹਾਡਾ ਸਮਾਨ ਚੋਰੀ ਹੋ ਗਿਆ। ਅਸੀਂ ਕਿਹਾ ਵੀ ਅਸੀਂ ਕਿਸੇ ਨੇ ਕੰਪਲੇਂਟ ਨਹੀਂ ਕੀਤੀ। ਫਿਰ ਬਾਅਦ ਦੇ ਵਿੱਚ ਆ ਕੇ ਬਾਪੂ ਜੀ ਨੇ ਜਦੋਂ ਬਾਂਹ ਤੋਂ ਫੜ ਕੇ ਚੱਕਣ ਲੱਗੇ, ਬਾਪੂ ਜੀ ਜਾ ਕੇ ਸੜਕ ਦੇ ਗੱਬੇ ਬਹਿ ਗਏ। ਫਿਰ ਅਸੀਂ ਵੀ ਬਾਪੂ ਜੀ ਨੂੰ ਸਮਝਾਇਆ ਵੀ ਆਪਾਂ ਸੜਕ ਦੇ ਗੱਬੇ ਨਹੀਂ ਬਹਿਣਾ, ਆਪਾਂ ਸਾਈਡ ਤੇ ਬੈਠਦੇ ਹਾਂ, ਆਪਾਂ ਗੱਲ ਕਰਦੇ ਹਾਂ। ਪਹਿਲਾਂ ਇਹਨਾਂ ਦੇ ASI ਸਬ ਇੰਸਪੈਕਟਰ ਆਏ ਸੀ, ਇੱਕ ਉਹਨਾਂ ਨਾਲ ਅਸੀਂ ਗੱਲਬਾਤ ਕੀਤੀ। ਪਹਿਲਾਂ ਟਕਰਾਓ ਦੀ ਸਥਿਤੀ ਵੀ ਬਣ ਗਈ ਸੀ, ਪਰ ਹੌਲੀ ਹੌਲੀ ਗੱਲਬਾਤ ਕਰਕੇ ਜਿਹੜਾ ਮਸਲੇ ਦਾ ਹੱਲ ਇਹ ਕੱਢ ਲਿਆ ਗਿਆ ਵੀ ਬਾਪੂ ਜੀ ਨੂੰ ਉੱਥੇ ਚੱਕਿਆ ਨਹੀਂ ਜਾਏਗਾ, ਪਰ ਉਹਨਾਂ ਦੇ ਆਲੇ ਦੁਆਲੇ ਗੈਦਰਿੰਗ ਨਾ ਹੋਵੇ ਜ਼ਿਆਦਾ, ਕਿਉਂਕਿ ਇਹ ਕਹਿੰਦੇ ਧਾਰਾ 144 ਲਾਈ ਹੈ। ਮੈਂ ਇਹ ਪੁੱਛਣਾ ਚਾਹੁੰਦਾ ਕਿ ਜਦੋਂ ਇਹਨਾਂ ਦੀਆਂ ਰੈਲੀਆਂ ਹੁੰਦੀਆਂ ਨੇ ਉੱਥੋਂ ਮਣਾਮੂਹੀ ਇਕੱਠ ਹੋ ਜਾਂਦਾ, ਉਹਦੇ ਵਿੱਚ ਕੋਈ ਕਿਸੇ ਤਰ੍ਹਾਂ ਦੀ ਵੀ ਕੋਈ ਰੋਕ ਟੋਕ ਨਹੀਂ ਹੈਗੀ। ਜਦੋਂ VOTING ਹੋਣੀ ਆ ਉਦੋਂ ਫਿਰ ਸੋਸ਼ਲ ਡਿਸਟੈਂਸਿੰਗ ਦਾ ਧਿਆਨ ਰੱਖਿਆ ਜਾਂਦਾ ਹੈ। ਉਸ ਤੋਂ ਇਲਾਵਾ ਕਰੋਨਾ ਦਾ ਹੁਣ ਮੈਂ ਇਹ ਕਹਿ ਸਕਦਾ ਇਹਨਾਂ ਦਾ ਸਰਕਾਰੀ ਪੁੱਤ ਹੋ ਗਿਆ, ਇਹਨਾਂ ਦਾ ਸਾਊ ਪੁੱਤ ਹੈ। ਜਿੱਥੇ ਦਿਲ ਕਰੇ
ਉੱਥੇ ਭੇਜ ਦਿਓ, ਜਦੋਂ ਰੋਕਣਾ ਹੋਵੇ ਉਦੋਂ ਰੋਕ ਲਓ। ਪੰਜਾਬ ਦੇ ਵਿੱਚ ਸਥਾਨਕ ਸਰਕਾਰਾਂ ਦੇ ਇਲੈਕਸ਼ਨ ਹੋਏ ਆ, ਉਹਨਾਂ ਇਲੈਕਸ਼ਨਾਂ ਦੇ ਵਿੱਚ ਕਰੋਨਾ ਛੁੱਟੀ ਤੇ ਸੀ। ਹੁਣ ਮੁੜ ਕੇ ਦੁਬਾਰੇ ਕੀ ਹੈ ਵੀ ਕਰੋਨਾ ਰਾਤ ਦੀ ਡਿਊਟੀ ਕਰਦਾ, ਦਿਨੇ ਕਰੋਨਾ ਫ੍ਰੀ ਹੈ। ਦਿਨੇ ਸੁੱਤਾ ਪਿਆ ਹੋਣਾ, ਉਹ ਰਾਤ ਦਾ ਲੋਕਡਾਊਨ ਲੱਗਣਾ ਹੈ, ਰਾਤ ਨੂੰ ਕਰੋਨਾ ਨੇ ਜਾ ਕੇ ਲੋਕਾਂ ਨੂੰ ਚਿਮੜਨਾ ਹੈ। ਮੋਟਰਸਾਈਕਲ ਤੇ 2 ਬੰਦੇ ਹੈ, ਪਹਿਲਾ ਬੰਦਾ ਜਿਹੜਾ ਮੋਟਰਸਾਈਕਲ ਚਲਾ ਰਿਹਾ ਉਹਦਾ ਕਰੋਨਾ ਨੇ ਕੱਖ ਨਹੀਂ ਵਿਗਾੜਨਾ, ਜਿਹੜਾ ਪਿੱਛੇ ਬਹਿ ਗਿਆ ਕਰੋਨਾ ਉਹਨੂੰ ਖਾਊਗਾ। ਜੇ ਬੱਸ ਦੇ ਵਿੱਚ 30 ਬੰਦੇ ਬੈਠੇ ਹੈ, 30 ਨੂੰ ਕਰੋਨਾ ਨੇ ਛੂਹਣਾ ਤੱਕ ਨਹੀਂ, ਟੱਚ ਨਹੀਂ ਕਰਨਾ। ਜੇ 31ਵਾਂ ਚੜ ਗਿਆ ਕਰੋਨਾ ਲੈ ਕੇ ਆਏਗਾ। ਯਾਰ ਪਹਿਲਾਂ ਇਹ ਤਾਂ ਡਿਸਾਈਡ ਕਰ ਲਓ, ਤੁਸੀਂ ਫੈਸਲਾ ਤਾਂ ਕਰ ਲਿਆ ਕਰੋ ਵੀ ਕਿਹੜੀ ਗੱਲ ਰੱਖਣੀ ਹੈ, ਕਿਹੜੀ ਕੱਟਣੀ ਹੈ, ਕੀ ਕਰਨਾ ਆਪਸ ਦੇ ਵਿੱਚ। ਹੁਣ ਹੋਇਆ ਕੀ ਹੈ, ਸੰਵਿਧਾਨ ਦਾ ਕਤਲ ਕਰਕੇ, ਸੰਵਿਧਾਨ ਦਾ ਖਾਤਮਾ ਕਰਕੇ ਪਹਿਲਾਂ ਤਾਂ ਸਾਰੀਆਂ ਪਾਵਰਸ ਨੂੰ ਸੈਂਟਰਲਾਈਜ਼ ਕਰਿਆ ਗਿਆ, ਸਟੇਟਾਂ ਦੇ ਰਾਈਟਸ ਖੋ ਕੇ ਸੈਂਟਰ ਦੇ ਕੋਲ ਚਲੇ ਗਏ ਸਾਰੇ। ਉਹ ਤੋਂ ਬਾਅਦ ਹੁਣ ਸੈਂਟਰਲਾਈਜ਼ ਹੋਣ ਤੋਂ ਬਾਅਦ ਇਹ ਪਰਸਨਲਾਈਜ਼ ਹੋ ਗਿਆ। ਜਿਵੇਂ ਹੁਣੇ ਭੈਣ ਜੀ ਨੇ ਕਹਿਤੇ ਸੀ ਮੋਦੀ ਗਵਰਨਮੈਂਟ, ਬੀਜੇਪੀ ਸਰਕਾਰ ਸੀ, ਉਸ ਪਾਵਰ ਨੂੰ ਸੈਂਟਰਲਾਈਜ਼ ਕਰਕੇ ਪਾਵਰ ਨੂੰ ਹੁਣ ਪਰਸਨਲਾਈਜ਼ ਕਰ ਲਿਆ ਗਿਆ। ਹੁਣ ਕੀ ਮੋਦੀ ਗਵਰਨਮੈਂਟ ਹੀ ਕਿਹਾ ਜਾਂਦਾ, ਸਾਰੇ ਲੋਕ ਮੋਦੀ ਸਰਕਾਰ ਕਹਿੰਦੇ ਆ। ਹੁਣ 2-4 ਬੰਦਿਆਂ ਦੇ ਹੱਥ ਦੇ ਵਿੱਚ ਪਾਵਰ ਹੈ ਤੇ ਇਕਨੋਮੀ ਵੀ ਜਿਹੜੀ ਆ ਉਹਨਾਂ ਦੇ ਹੱਥ ਦੇ ਵਿੱਚ ਚਲੇ ਜਾਣੀ ਹੈ। ਸਵਿਚ ਗੇਅਰ ਜਿਹੜਾ ਮੋਰ ਸਪਲਾਈ ਲੈਸ ਡਿਮਾਂਡ, ਲੈਸ ਸਪਲਾਈ ਮੋਰ ਡਿਮਾਂਡ ਦੇ ਸਿਧਾਂਤ ਤੇ ਇਹਨਾਂ ਨੇ ਲੋਕਾਂ ਨੂੰ, ਆਮ ਕੰਜ਼ਿਊਮਰ ਨੂੰ ਤੰਗ ਕਰ ਲੈਣਾ। ਤੁਹਾਨੂੰ ਨਹੀਂ ਲੱਗਦਾ ਕਿ ਇੱਕ ਦਿਨ ਜੇਕਰ ਇੱਕ ਦਿਨ ਜਾਂ 2 ਦਿਨ ਸਰਕਾਰ ਜਾਂ ਪ੍ਰਸ਼ਾਸਨ ਕਹਿੰਦਾ ਹੈ ਕਿ ਸਾਡਾ ਸਾਥ ਦਿਓ, ਕਰੋਨਾ ਨੂੰ ਠੱਲ ਪਾਈ ਜਾ ਸਕਦਾ, ਤੁਹਾਨੂੰ ਲੱਗਦਾ ਨਹੀਂ ਕਿ ਸਾਥ ਦੇ ਦੇਣਾ ਚਾਹੀਦਾ ਹੈਗਾ ਸਰਕਾਰ ਦੀ ਜਾਂ ਪ੍ਰਸ਼ਾਸਨ ਦੀ ਜਿਹੜੀ ਗੱਲਬਾਤ ਉਹ ਮੰਨ ਲੈਣੀ ਚਾਹੀਦੀ ਹੈ? ਭਾਜੀ ਠੱਲ ਪੈ ਜਾਊਗਾ ਇੱਕ ਦਿਨ, ਚਲੋ ਅਸੀਂ ਸਪੋਜ਼ ਅਸੀਂ ਨਹੀਂ ਆਂਦੇ 2 ਦਿਨ, ਤੁਹਾਨੂੰ ਕੀ ਲੱਗਦਾ ਠੱਲ ਪੈ ਜਾਊਗਾ ਉਹਦੇ ਨਾਲ? ਦੂਸਰੀ ਗੱਲ ਭਾਜੀ ਦੇਖੋ, ਇੱਕ ਕੰਟਰੀ ਦਾ ਸਭ ਤੋਂ ਵੱਡਾ ਫੇਸ ਕੌਣ ਹੁੰਦਾ? ਪ੍ਰਾਈਮ ਮਿਨਿਸਟਰ ਹੁੰਦਾ। ਅੱਜ ਵੈਸਟ ਬੰਗਾਲ 'ਚ PM ਦੀਆਂ 2 ਰੈਲੀਆਂ, ਠੀਕ ਹੈ, ਉੱਥੇ ਕਰੋਨਾ ਨਹੀਂ ਆਂਦਾ? ਜਾਂ ਸਿਰਫ ਅਸੀਂ 10 ਬੰਦੇ ਇਕੱਠੇ ਹੋ ਗਏ, ਉਹ ਵੀ ਕਿਸੇ ਬਾਬਾ ਜੀ ਦੀ ਸਪੋਰਟ ਕਰਨ ਵਾਸਤੇ, ਤਾਂ ਇੱਥੇ ਕਰੋਨਾ ਹੈਗਾ। ਰੈਲੀਜ਼ ਦੇ ਵਿੱਚ, ਕੁੰਭਸ ਦੇ ਵਿੱਚ, ਮੈਂ ਕਿਸੇ ਰਿਲੀਜਨ ਦੇ ਖਿਲਾਫ ਨਹੀਂ ਜਾਂ ਮੈਂ ਕਿਸੇ ਦੇ ਅਗੇਂਸਟ ਨਹੀਂ ਬੋਲ ਰਿਹਾ, ਪਰ ਇੱਕ ਗੱਲ ਕਰ ਰਹੇ, ਬਾਕੀ ਜਗ੍ਹਾ ਕਰੋਨਾ ਨਹੀਂ ਆ ਰਿਹਾ, ਸਿਰਫ ਇੱਥੇ ਕਰੋਨਾ ਆਊਗਾ, ਠੀਕ ਹੈ। ਜੇ ਆ ਇੱਕ ਸੋਚਣ ਵਾਲੀ ਗੱਲ ਹੈ ਕਿ ਇਹ ਪ੍ਰਸ਼ਾਸਨ ਨੇ ਇਹ ਫਾਇਦਾ ਚੱਕਣ ਦੀ ਕੋਸ਼ਿਸ਼ ਕੀਤੀ ਵੀ ਅੱਜ ਲੋਕਡਾਊਨ ਹੈ, ਬਾਬਾ ਜੀ ਇਕੱਲੇ ਹੈ ਤੇ ਇਹਨਾਂ ਦਾ ਸਮਾਨ ਚੁਕਾ ਦਿਓ। ਜੇ ਹੁਣ ਕੀ ਸੋਚਿਆ ਤੁਸੀਂ, ਕੀ ਡਿਸਾਈਡ ਕੀ ਕੀਤਾ ਹੁਣ ਤੁਸੀਂ ਕਿਸ ਬਾਰੇ ਜੀ? ਬਾਬਾ ਜੀ ਬਾਰੇ ਹੁਣ ਬੈਠੇ ਰਹਿਣਗੇ ਉੱਥੇ ਜੀ? ਬਾਬਾ ਜੀ ਦੇ ਨਾਲ ਖੜੇ ਹਾਂ ਜੀ ਅਸੀਂ। ਜੋ ਫੈਸਲਾ ਲਿੱਤਾ ਹੈ ਸਾਰਿਆਂ ਨੇ ਇਹੀ ਲਿੱਤਾ ਹੈ ਕਿ ਬਾਬਾ ਜੀ ਉੱਥੇ ਹੀ ਬੈਠਣਗੇ ਤੇ ਅਸੀਂ ਨਾਲ ਖੜੇ ਹਾਂ, ਧੱਕਾ ਨਹੀਂ ਹੋਣ ਦੇਵਾਂਗੇ, ਠੀਕ ਹੈ। ਤੁਸੀਂ ਟਰਮਸ ਐਂਡ ਕੰਡੀਸ਼ਨ ਕਹਿੰਦੇ ਹੋ, ਅਸੀਂ ਫੋਲੋ ਕਰਨ ਨੂੰ ਤਿਆਰ ਹੈ। ਤੁਸੀਂ ਸੋਸ਼ਲ ਡਿਸਟੈਂਸਿੰਗ ਕਹਿੰਦੇ ਹੋ, ਮਾਸਕ ਵੀ ਤੁਹਾਡੇ ਸਾਹਮਣੇ ਲੱਗਿਆ ਹੋਇਆ, ਇਹ ਗੱਲ ਕਰਨ ਵਾਸਤੇ ਉਤਾਰੇ, ਪਰ ਤੁਸੀਂ ਆਊਟ ਆਫ ਦਾ ਵੇ ਜਾ ਕੇ ਇੱਕ ਬਜ਼ੁਰਗ ਬੰਦੇ ਨੂੰ ਪਰੇਸ਼ਾਨ ਕਰ ਰਹੇ ਹੋ, ਉਹਨੂੰ ਕਹਿੰਦੇ ਵੀ ਮੈਂ ਇੱਥੇ ਤੈਨੂੰ ਖੜਨ ਨਹੀਂ ਦੇਣਾ। ਇਹ ਐਜ਼ ਅ ਰਿਸਪੌਂਸਿਬਲ ਮੀਡੀਆ ਤੁਸੀਂ ਦੱਸੋ ਇਹ ਗੱਲ ਸਹੀ ਹੈ? ਕੀ ਐਂ ਕਰਨਾ ਚਾਹੀਦਾ? ਜੇ ਤੁਸੀਂ ਮਤਲਬ ਇਹ ਮਾੜਾ ਦੇਖ ਲਿਆ ਤਾਂ ਉਹਨੂੰ ਢਾ ਲਿਆ, ਠੀਕ ਹੈ, ਤੇ ਜਿੱਥੇ ਤੁਹਾਡਾ ਵਸ ਨਹੀਂ ਚੱਲਦਾ, ਕੀ ਐਡਮਿਨਿਸਟ੍ਰੇਸ਼ਨ UT ਐਡਮਿਨਿਸਟ੍ਰੇਸ਼ਨ ਹੈ ਇਹ, ਤੇ ਅੱਛਾ ਬਾਕੀ ਸਟੇਟਸ ਤੇ ਇੰਪਲੀਮੈਂਟ ਨਹੀਂ ਹੁੰਦੀ ਇਹ ਚੀਜ਼? ਜੇ ਅੱਜ ਰੈਲੀ ਹੈ ਤਾਂ ਉੱਥੇ ਲੋਕ ਤੁਹਾਡੇ ਖਿਆਲ 'ਚ ਕੋਈ ਮਤਲਬ ਸੋਸ਼ਲ ਡਿਸਟੈਂਸਿੰਗ ਨਾਲ ਖੜਨਗੇ, ਕੋਈ 6-6 ਫੁੱਟ ਦੇ ਗੈਪ ਨਾਲ ਖੜਨਗੇ, ਜਾਂ ਸਭ ਦੇ ਮਾਸਕ ਲੱਗਿਆ ਹੋਊਗਾ? ਉੱਥੇ ਕਰੋਨਾ ਨਹੀਂ ਆਉਂਦਾ। ਉੱਥੇ ਤਾਂ ਕਿ ਮਤਲਬ PM ਦੀ ਰੈਲੀ ਹੈ ਤਾਂ ਮਤਲਬ ਕਰੋਨਾ ਸੋਚਦਾ ਵੀ ਚੱਲ ਮੈਂ ਨਾ ਜਾਵਾਂ ਯਾਰ, PM ਦੀ ਰੈਲੀ ਹੈ, ਚੱਲ ਇਹ ਬਜ਼ੁਰਗ ਬੈਠੇ ਆ ਇਹਨਾਂ ਕੋਲੇ ਜਾਂਦਾ ਰਹਾਂ ਮੈਂ, ਵੀ ਇਹਨਾਂ ਨੇ ਕਿਹੜਾ ਕੁਝ ਬੋਲਣਾ, ਉਹਦੇ ਅੱਗੇ ਚੱਲਦੀ ਨਹੀਂ, ਇਹਨਾਂ ਨੂੰ ਦਬਾਉਣ ਦੀ ਕੋਸ਼ਿਸ਼। ਫਿਰ ਇਹ ਤਾਂ ਕੋਈ, ਜੇ ਤੁਸੀਂ ਆਪ ਖੁਦ ਪ੍ਰੈਕਟਿਸ ਨਹੀਂ ਕਰ ਰਹੇ ਉਸ ਚੀਜ਼ ਨੂੰ, ਪ੍ਰੈਕਟਿਸ ਵਾਟ ਯੂ ਪ੍ਰੀਚ, PM ਖੁਦ ਫੋਲੋ ਨਹੀਂ ਕਰ ਰਿਹਾ ਪ੍ਰੋਟੋਕੋਲਸ ਨੂੰ ਕਰੋਨਾ ਦੇ, ਤਾਂ ਉਹ ਲੋਕਾਂ ਨੂੰ ਕਿਵੇਂ ਫੋਰਸ ਕਰ ਸਕਦੇ ਆ ਇੰਪਲੀਮੈਂਟ ਕਰਨ ਤੋਂ? ਜਦੋਂ ਖੁਦ ਤੁਸੀਂ ਵੀ ਦੇਖਿਆ ਹੋਊਗਾ, ਸਾਰੇ ਦੇਖਦੇ ਆ ਬਿਨਾਂ ਮਾਸਕ ਤੋਂ ਪਿਕਸ ਹੈ, ਰੈਲੀ 'ਚ ਇੰਨਾ ਕਰਾਊਡ ਹੁੰਦਾ ਹੈ, ਕੋਈ ਸੋਸ਼ਲ ਡਿਸਟੈਂਸਿੰਗ ਨਹੀਂ, ਠੀਕ ਹੈ। ਤੁਸੀਂ ਪਹਿਲਾਂ ਇੱਕ ਫੇਸ ਹੋ ਕੰਟਰੀ ਦੇ, ਤੁਸੀਂ ਤਾਂ ਫੋਲੋ ਕਰੋ, ਲੋਕਾਂ ਨੂੰ ਫੋਲੋ ਫਿਰ ਕਰਾਈਓ ਤੁਸੀਂ। ਬਿਲਕੁਲ, ਤੇ ਹੋਰ ਵੀ ਨੌਜਵਾਨਾਂ ਨਾਲ ਗੱਲਬਾਤ ਕਰਦੇ ਹਾਂ। ਤੇ ਇੱਕ ਪਾਸੇ ਸੋਸ਼ਲ ਮੀਡੀਆ ਤੇ ਬੜੀ ਚਰਚਾ ਕਿ ਆਪਰੇਸ਼ਨ ਕਲੀਨ ਸਰਕਾਰ ਚਲਾ ਸਕਦੀ ਹੈ, ਹਾਲਾਂਕਿ ਉਹ ਕਿੰਨੇ ਕੁ ਸੱਚ ਹੈ ਕਿੰਨੇ ਕੁ ਨਹੀਂ ਉਹ ਵੱਖਰਾ ਵਿਸ਼ਾ ਹੈ। ਤੁਹਾਨੂੰ ਕੀ ਲੱਗਦਾ ਹੈਗਾ, ਜੇਕਰ ਇਸ ਤਰੀਕੇ ਦੀ ਕੋਈ ਆਪਰੇਸ਼ਨ ਹੁੰਦਾ ਹੈਗਾ, ਇਸ ਤਰੀਕੇ ਦੇ ਨਾਲ ਕਿਸਾਨਾਂ ਨੂੰ ਉਠਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ, ਤਾਂ ਕੀ ਲੱਗਦਾ ਕਿ ਕਿਸਾਨ ਉੱਠ ਜਾਣਗੇ, ਸਰਕਾਰ ਦੀ ਗੱਲ ਮੰਨ ਲੈਣਗੇ, ਵਾਪਸ ਆ ਜਾਣਗੇ ਆਪੋ ਆਪਣੀ ਘਰੀ? ਪਰਸਨਲੀ ਮੈਂ ਬਿਲੀਵ ਕਰਦਾ ਕਿ ਆਉਣਾ ਨਹੀਂ ਚਾਹੀਦਾ, ਕਿਉਂਕਿ ਐਟ ਦਾ ਲਾਸਟ ਇੱਕ ਜਿਹੜਾ ਮੇਨ ਪਹਿਲੂ ਹੈ ਕਿ ਇਹ ਇਕੱਲੀ ਕਿਸਾਨਾਂ ਦੀ ਲੜਾਈ ਨਹੀਂ ਹੈਗੀ, ਕੰਜ਼ਿਊਮਰਸ ਦੀ ਲੜਾਈ ਵੀ ਹੈਗੀ ਹੈ। ਕਿ ਜਿਹੜਾ ਅਸੀਂ ਇੱਥੇ ਬੈਠੇ ਹਾਂ ਮਾਰਕੀਟ ਦੇ ਵਿੱਚ ਇਸ ਟਾਈਮ, ਜੇ ਅਸੀਂ ਮਹਿੰਗਾਈ ਦੀ ਗੱਲ ਕਰੀਏ, ਸਭ ਨੂੰ ਪਤਾ ਹੈ ਕਿ ਇਨਫਲੇਸ਼ਨ ਦਾ ਰੇਟ ਉਸ ਲੈਵਲ ਤੇ ਪਹੁੰਚ ਚੁੱਕਿਆ ਕਿ ਆਉਣੇ ਵਾਲੇ ਸਮੇਂ ਦੇ ਵਿੱਚ ਇੱਕ ਆਮ ਨਾਰਮਲ ਕੰਜ਼ਿਊਮਰ ਵੀ ਹਰਾਸ ਹੋਣੇ ਵਾਲਾ ਹੈ। ਇਨਫਲੇਸ਼ਨ ਰੇਟ ਇੰਨਾ ਜ਼ਿਆਦਾ ਹੈ, ਤੇ ਅਸੀਂ ਪ੍ਰੈਕਟੀਕਲੀ ਗੱਲ ਕਰੀਏ, ਕੁਝ ਐਗਜ਼ਾਮਪਲਸ ਹੈ। ਗੰਨੇ ਦਾ ਰਸ ਅਸੀਂ ਪੀਂਦੇ ਹਾਂ, ਗੰਨੇ ਦਾ ਰਸ ਸਾਨੂੰ 10, 15, 20 ਰੁਪਏ ਦਾ ਗਲਾਸ ਮਿਲਦਾ 250 ml ਦਾ। ਇੱਕ 24/7 ਸ਼ੋਰੂਮ ਹੈ, ਉੱਥੇ ਜਾਈਏ ਨਾ 250 ml ਦਾ ਗੰਨੇ ਦਾ ਰਸ 80 ਰੁਪਏ ਦੀ ਬੋਟਲ ਪਈ ਹੈ, ਤੇ ਉਹਨੂੰ ਨੈਚੁਰਲ ਸ਼ੂਗਰ ਕੇਨ ਕਹਿ ਕੇ ਵੇਚਿਆ ਜਾਂਦਾ ਹੈ। ਨੈਚੁਰਲ ਸ਼ੂਗਰ ਕੇਨ ਹੈ ਕੀ? ਜੋ ਅਸੀਂ
ਸਾਹਮਣੇ ਕਢਵਾ ਕੇ ਪੀ ਰਹੇ ਆ ਕਿ ਜਿਹੜਾ ਅਸੀਂ ਮਾਰਕੀਟ ਦੇ ਵਿੱਚ ਜਾ ਕੇ ਲੈਂਦੇ ਆ। ਨੈਚੁਰਲ ਹੈਗਾ ਜਿਹੜਾ ਅਸੀਂ ਸਾਹਮਣੇ ਖੜੇ ਹੋ ਕੇ ਪੀ ਰਹੇ ਆ, ਹੈ ਨਾ, ਜਿਹੜਾ ਭਾਈ ਸਾਡੇ ਸਾਹਮਣੇ ਕੱਢ ਕੇ ਦੇ ਰਿਹਾ ਰਸਤੇ। ਹੁਣ ਬੇਸਿਕਲੀ ਕੀ ਹੈ ਕਿ ਜਿਹੜਾ ਅੰਦੋਲਨ ਚੱਲਦਾ ਪਿਆ ਦਿੱਲੀ ਦੇ ਵਿੱਚ, ਜੇ ਸਰਕਾਰ ਧੱਕਾਸ਼ਾਹੀ ਕਰਦੀ ਹੈ, ਕਿਉਂਕਿ ਇੱਕ ਪਲਾਟ ਹੀ ਹੈ, ਪਲਾਟ ਇਹ ਹੈ ਕਿ ਪਹਿਲਾਂ ਤੁਸੀਂ ਕਰੋਨਾ ਆ ਗਿਆ, ਕਰੋਨਾ ਸਿਰਫ ਇੱਕ ਫਾਰਮਰ ਪ੍ਰੋਟੈਸਟ ਨੂੰ ਖਤਮ ਕਰਨ ਲਈ ਯੂਜ਼ ਕੀਤਾ ਜਾ ਰਿਹਾ ਹੈ। ਅਦਰਵਾਈਜ਼ ਕੁਝ ਐਸ ਸੱਚ ਆਪਾਂ ਹੋਰ ਰੈਲੀਜ਼ ਦੀ ਗੱਲ ਕਰੀਏ, ਕਿਤੇ ਵੀ ਜਾਈਏ, ਜਿਵੇਂ ਬਾਈ ਉਹਨਾਂ ਨੇ ਗੱਲ ਕੀਤੀ ਹੈ ਕਿ ਵੈਸਟ ਬੰਗਾਲ ਦੀ ਗੱਲ ਕਰੀਏ, ਕਿਸੇ ਹੋਰ ਸਟੇਟ ਦੀ ਗੱਲ ਕਰੀਏ, ਰੈਲੀਜ਼ ਦੇ ਵਿੱਚ ਕੋਈ ਕਰੋਨਾ ਨਹੀਂ ਹੁੰਦਾ, ਉੱਥੇ ਸਭ ਕੁਝ ਉੱਦਾਂ ਹੀ ਚੱਲ ਰਿਹਾ ਹੈ। ਮਾਸਕ ਵੀ ਨਹੀਂ ਯੂਜ਼ ਕੀਤੇ ਜਾਂਦੇ ਕਿਉਂਕਿ ਉਹ PM ਦੀ ਰੈਲੀ ਹੈ। ਸੋ ਜੇ PM ਪ੍ਰੋਟੋਕੋਲਸ ਨਹੀਂ ਫੋਲੋ ਕਰ ਰਿਹਾ ਤਾਂ ਉਹ ਸਿਰਫ ਇੱਕ ਆਮ ਜਿਹੜੇ ਅਸੀਂ ਇੱਥੇ ਬੈਠੇ ਹਾਂ ਨੌਜਵਾਨ, ਸਿਰਫ ਇੱਕ ਬਾਪੂ ਜੀ ਕਰਕੇ ਇਕੱਠੇ ਹੋਏ ਆ। ਸਾਨੂੰ ਕਿਹਾ ਜਾਂਦਾ 144 ਲੱਗੀ ਹੋਈ ਹੈ, ਵੈਸਟ ਬੰਗਾਲ ਦੇ ਵਿੱਚ 144 ਨਹੀਂ ਲੱਗੀ ਹੋਈ, 4 ਬੰਦਿਆਂ ਤੋਂ ਵੱਧ ਨਹੀਂ ਹੈਗੇ ਉੱਥੇ। 144 ਦਾ ਮਤਲਬ ਹੀ ਇਹੀ ਹੈ ਕਿ 4 ਬੰਦੇ ਆ, 4 ਤੋਂ ਵੱਧ, ਤਾਂ ਉਹ ਵੈਸਟ ਬੰਗਾਲ ਦੇ ਵਿੱਚ 144 ਨਹੀਂ ਲੱਗਣੀ ਚਾਹੀਦੀ। ਸੋ ਇਹ ਜਸਟ ਇੱਕ ਹਰਾਸ ਕਰਨ ਦੀ ਇੱਕ ਪਲੋਟਿੰਗ ਹੈ ਸਰਕਾਰ ਦੀ। ਜੇ ਉਹ ਸਾਨੂੰ ਹਟਾਉਂਦੇ ਵੀ ਆ ਦਿੱਲੀ ਦੇ ਵਿੱਚ, ਬਟ ਬਿਲੀਵ ਇਹੀ ਹੈ ਕਿ ਨਹੀਂ ਹੋਣਾ ਚਾਹੀਦਾ, ਨਾ ਹੀ ਕਿਸਾਨਾਂ ਨੂੰ ਮੁੜਨਾ ਚਾਹੀਦਾ, ਨਾ ਹੀ ਚੰਡੀਗੜ੍ਹ 'ਚੋਂ ਲੋਕਾਂ ਨੂੰ ਸਗੋਂ ਅੱਗੇ ਆਉਣਾ ਚਾਹੀਦਾ। ਜਿਹੜਾ ਪੜ੍ਹਿਆ ਲਿਖਿਆ ਕਰਾਊਡ ਹੈ ਸੜਕਾਂ ਦੇ ਉੱਤੇ ਆਉਣ, ਇੱਥੇ ਖੜੇ ਹੋਣ ਮਟਕਾ ਚੌਂਕ ਤੇ, ਇੱਕ ਪ੍ਰੈਸ਼ਰ ਪਾਇਆ ਜਾਵੇ ਕਿ ਡਿਕਟੇਟਰਸ਼ਿਪ ਨਹੀਂ ਚੱਲੂਗੀ। ਚੰਡੀਗੜ੍ਹ ਦੇ ਲੋਕ ਜਿਹੜੇ ਨੇ ਉਹ ਸ਼ਾਮ ਨੂੰ ਡੇਲੀ ਚੌਂਕਾਂ ਦੇ ਉੱਤੇ ਖੜਦੇ ਨੇ। ਅੱਜ ਤੋਂ ਹੀ ਹੈ ਨਾ ਇਹਨਾਂ ਨੇ 144 ਧਾਰਾ ਲਾਈ, ਤਾਂ ਅੱਜ ਸ਼ਾਮ ਕਿੱਥੇ ਹੋਈ ਆ? ਪ੍ਰਸ਼ਾਸਨ ਨੇ ਖੁਦ ਅਟੈਕ ਕਰਕੇ ਲੋਕਾਂ ਨੂੰ ਇਕੱਠੇ ਹੋਣ ਲਈ ਮਜਬੂਰ ਕੀਤਾ ਹੈ। ਲੋਕਾਂ ਤੇ ਸ਼ਾਮ ਨੂੰ ਖੜਨਾ ਸੀ, ਜੇ ਖੜਨਾ ਸੀ, ਹੈ ਨਾ, ਜੇ ਲੋਕਾਂ ਨੇ ਖੜਨਾ ਸੀ ਸ਼ਾਮ ਨੂੰ ਖੜਨਾ ਸੀ, ਪਰ ਪ੍ਰਸ਼ਾਸਨ ਜਿਹੜੀ ਹੈ ਉਹ ਮਜਬੂਰ ਕਰ ਰਹੇ ਨੇ ਸਾਨੂੰ ਕਿ ਤੁਸੀਂ ਇਕੱਠੇ ਦਿਨ ਵੇਲੇ ਹੀ ਹੋ ਜਾਓ, ਸਵੇਰੇ ਹੀ ਹੋ ਜਾਓ, ਅਸੀਂ ਐਕਸ਼ਨ ਲੈ ਰਹੇ ਹਾਂ। ਸੇਮ ਗੱਲ ਜਿਹੜੀ ਹੈ ਦਿੱਲੀ ਦੇ ਬਾਰਡਰਾਂ ਤੇ ਹੋਣ ਦੀ ਕੋਸ਼ਿਸ਼ ਕਰ ਰਹੇ ਨੇ, ਪਰ ਜਿਵੇਂ ਸਾਡੇ ਆਗੂ ਡਟੇ ਹੋਏ ਨੇ, ਉਹਨਾਂ ਨੂੰ ਘਬਰਾਉਣ ਦੀ ਲੋੜ ਨਹੀਂ। ਪੂਰਾ ਦੇਸ਼ ਉਹਨਾਂ ਦੇ ਨਾਲ ਹੈ, ਪੰਜਾਬ ਨਾਲ ਹੈ, ਚੰਡੀਗੜ੍ਹ ਨਾਲ ਹੈ। ਲੋੜ ਪਏਗੀ ਗੱਡੀਆਂ ਭਰ ਕੇ ਕੋਈ ਵੀ ਐਕਸ਼ਨ ਤੋਂ ਪਹਿਲਾਂ ਅਸੀਂ ਜਾਣ ਲਈ ਤਿਆਰ ਹਾਂ। ਜੇਕਰ ਤੁਹਾਨੂੰ ਰੋਕਦੇ ਨੇ ਤਾਂ ਕੀ ਕਰੋਗੇ ਫਿਰ? ਅਗਲੀ ਕਾਰਵਾਈ ਕੀ ਹੋਏਗੀ? ਕਿਉਂਕਿ ਪ੍ਰਸ਼ਾਸਨ ਵੀ ਬੜਾ ਸਖਤ ਹੈਗਾ, ਉਹ ਕਹਿੰਦੇ ਵੀ ਸਾਨੂੰ ਵੀ ਫੋਲੋ ਕਰਨੇ ਪੈਣਗੇ। ਜਿਸ ਤਰੀਕੇ ਦੇ ਨਾਲ ਮੌਤਾਂ ਹੋ ਰਹੀਆਂ ਨੇ, ਕਰੋਨਾ ਦਾ ਜਿਹੜਾ ਕਹਿਰ ਉਹ ਵੱਧਦਾ ਜਾ ਰਿਹਾ, ਤਾਂ ਉਹ ਕਹਿੰਦੇ ਨੇ ਕਿ ਸਾਨੂੰ ਵੀ ਐਕਸ਼ਨ ਲੈਣੇ ਪੈਣਗੇ। ਤਾਂ ਫਿਰ ਅਗਲਾ ਐਕਸ਼ਨ ਕੀ ਹੋਏਗਾ ਜੇਕਰ ਤੁਹਾਨੂੰ ਇੱਥੇ ਬੈਠਣ ਤੋਂ ਰੋਕਿਆ ਜਾ ਰਿਹਾ? ਦੇਖੋ, ਉਹ ਐਕਸ਼ਨ ਤੁਹਾਨੂੰ ਮੇਰੇ ਹਾਲ ਗੁਰਨਾਮ ਸਿੰਘ ਚੜੂੰਨੀ ਨੇ ਬਹੁਤ ਵਧੀਆ ਦਿੱਤਾ ਹੈ। ਉਹਨਾਂ ਨੇ ਜਿਹੜਾ ਜਵਾਬ ਦਿੱਤਾ, ਸਾਡੇ ਸਾਰਿਆਂ ਦਾ ਹੀ ਉਹੀ ਜਵਾਬ ਹੈ ਕਿ ਗੋਲੀਆਂ ਚਲਾ ਲਓ, ਮਾਰ ਦਿਓ। ਸਾਡੇ ਕੋਲ ਅਗਰ ਜ਼ਮੀਨ ਨਾ ਰਹੀ ਤੇ ਅਸੀਂ ਜੀ ਕੇ ਵੀ ਕੀ ਕਰਨਾ ਹੈ? ਸਾਡੀ ਜਾਨ ਜ਼ਮੀਨ ਹੈ। ਅਗਰ ਤੁਸੀਂ ਜ਼ਮੀਨ ਨੂੰ ਸਾਡੀ ਨੂੰ ਹੱਥ ਪਾਇਆ ਤਾਂ ਦੁਨੀਆ ਦੀ ਕੋਈ ਤਾਕਤ ਨਹੀਂ ਹੈ, ਹੈ ਨਾ। ਤਾਂ ਅਸੀਂ ਹਰ ਕੁਰਬਾਨੀ ਲਈ, ਹਰ ਪੰਜਾਬੀ, ਹਰ ਹਿੰਦੁਸਤਾਨੀ, ਜਿਹੜਾ ਇਨਸਾਨ ਰੋਟੀ ਖਾਂਦਾ ਹੈ ਮੂੰਹ ਰਾਹੀਂ, ਉਹ ਤਿਆਰ ਬੈਠਾ ਹੈ ਕਿ ਤੁਸੀਂ ਜੋ ਐਕਸ਼ਨ ਕਰ ਸਕਦੇ ਹੋ ਕਰ ਲਓ, ਹੈ ਨਾ। ਸੋ ਇਸ ਕਰਕੇ ਹੁਣ ਅੱਜ ਦਾ ਤੁਸੀਂ ਦੇਖੋ ਕਿ ਅੱਜ ਸ਼ਾਮ ਤੇ ਨਹੀਂ ਹੋਈ। ਤੁਸੀਂ ਪਹਿਲਾਂ ਵੀ ਕਦੇ ਇੱਥੇ ਆਏ ਹੋਵੋਗੇ, ਚੰਡੀਗੜ੍ਹ 'ਚ ਹੋਰ ਚੈਨਲਾਂ ਵਾਲੇ ਸਾਰੇ ਆਉਂਦੇ ਨੇ, ਕਦੇ ਸ਼ਾਮ ਤੋਂ ਪਹਿਲਾਂ ਤੁਸੀਂ ਦੇਖਿਆ? ਅੱਜ ਮਜਬੂਰ ਕੀਤਾ ਕਿ ਤੁਸੀਂ ਆਓ ਜੀ ਦਿਨ ਵੇਲੇ ਇੱਥੇ। ਸੋ ਇਹ ਜਿਹੜੀਆਂ ਕੁਝੀਆਂ ਸਾਜ਼ਿਸ਼ਾਂ ਨੇ ਇਹ ਗਲਤ ਨੇ, ਹੈ ਨਾ। ਤੁਸੀਂ ਸਾਨੂੰ ਮਜਬੂਰ ਕਰ ਰਹੇ ਹੋ ਕਿ ਆਓ ਸਾਡੇ ਅੱਗੇ ਆ ਕੇ ਤੁਸੀਂ ਟਕਰਾਓ। ਅਸੀਂ ਅੱਜ ਦੀ ਸਲਾਹ ਹੈਗੀ ਅੱਜ ਖੜੋਗੇ ਫਿਰ ਸ਼ਾਮ ਨੂੰ, ਕਿ ਫਿਰ ਅੱਜ ਚਲੇ ਜਾਓਗੇ ਆਪੋ ਆਪਣੇ ਘਰੇ ਜੀ? ਕਿੱਦਾਂ ਜਿਸ ਤਰੀਕੇ ਨਾਲ ਪ੍ਰਸ਼ਾਸਨ ਕਹਿ ਰਿਹਾ, ਪ੍ਰਸ਼ਾਸਨ ਦੀ ਮੰਨੋਗੇ, ਆਪਣੇ ਆਪਣੇ ਘਰ ਚਲੇ ਜਾਓਗੇ ਜੀ? ਅੱਜ ਸ਼ਾਮ ਤੱਕ ਇਹਨਾਂ ਨੂੰ ਉਡੀਕ ਕਰਨੀ ਚਾਹੀਦੀ ਸੀ। ਸ਼ਾਮ ਨੂੰ ਅਸੀਂ ਸਾਰੀ ਕੱਲ ਇਹਨਾਂ ਦੇ ਆਪਣੇ ਜਿੰਨੇ ਸਾਡੇ ਇੱਥੇ ਖੜਦੇ ਉਹਨਾਂ ਦੀ ਮੀਟਿੰਗ ਹੋਈ ਸੀ ਕੱਲ। ਉਹਨਾਂ ਨੇ ਕਿਹਾ ਸੀਗਾ ਵੀ ਅਸੀਂ ਪ੍ਰਸ਼ਾਸਨ ਦੇ ਨਾਲ ਟਕਰਾਉਣਾ ਨਹੀਂ ਹੈ। ਜੇ ਕਹਿਣਗੇ ਇੱਕ ਦਿਨ ਨਾ ਸ਼ਾਮ ਨੂੰ ਆਓ ਤਾਂ ਨਹੀਂ ਆਵਾਂਗੇ, ਪਰ ਜੋ ਇਹਨਾਂ ਨੇ ਹੁਣ ਕਰ ਦਿੱਤਾ ਉਹ, ਹੈ ਨਾ, ਇਹਦਾ ਮਤਲਬ ਕਿ ਇਹ ਚਾਹੁੰਦੇ ਨੇ ਕਿ ਟਕਰਾਅ ਦੇ ਵਿੱਚ ਲੋਕ ਆਣ। ਤਾਂ ਇਹ ਸਰਕਾਰਾਂ ਦੇ ਕੰਮ ਨਹੀਂ ਹੁੰਦੇ। ਸਰਕਾਰਾਂ ਲੋਕਾਂ ਦੀ ਮਦਦ ਲਈ ਹੁੰਦੀਆਂ ਨੇ, ਉਕਸਾਉਣ ਲਈ ਨਹੀਂ ਹੁੰਦੀਆਂ ਨੇ। ਕਿਸਾਨ ਖੇਤੀ ਕਰਦਾ ਹੈ, ਕਿਹਦੇ ਵਾਸਤੇ ਕਰਦਾ ਜੀ? ਤੁਹਾਨੂੰ ਅਗਰ ਨੌਕਰੀ ਮਿਲੀ ਵੀ ਹੋਈ ਹੈ ਤਾਂ ਸ਼ਾਮ ਨੂੰ ਰੋਟੀ ਤੁਸੀਂ ਵੀ ਖਾਣੀ ਹੈ ਜਾ ਕੇ। ਤਾਂ ਕਿਸਾਨ ਸਭ ਦੀ ਸੇਵਾ ਕਰ ਰਿਹਾ ਹੈ, ਕਿਸਾਨ ਨੂੰ ਸੇਵਾ ਕਰਨ ਦਿਓ। ਇਹੀ ਆਟਾ ਜਿਹੜਾ ਤੁਹਾਨੂੰ 30 ਰੁਪਏ ਕਿਲੋ ਵਿਕ ਰਿਹਾ ਹੈ, ਇਹ ਅਗਰ ਇਹ ਕਾਨੂੰਨ ਜਿਹੜੇ ਨੇ ਪਾਸ ਹੋ ਜਾਂਦੇ ਨੇ ਤਾਂ ਇਹ 200 300 250 ਰੁਪਏ ਕਿਲੋ ਤੋਂ ਥੱਲੇ ਮਿਲਣਾ ਨਹੀਂ ਤੁਹਾਨੂੰ। ਹੁਣ ਅੱਜ ਜਿਹੜਾ ਹਿਮਾਚਲ ਦਾ ਸੇਬ ਆ ਉਹਦੀ ਕੀ ਪੋਜੀਸ਼ਨ ਹੈ ਜੀ? ਸਾਰੇ ਮਿਸਾਲ ਦਿੰਦੇ ਨੇ, ਤੁਸੀਂ ਜਾ ਕੇ ਇੰਟਰਵਿਊ ਕਰਦੇ ਹੋ ਤਾਂ ਉਹਦੇ ਵਿੱਚ ਤੁਸੀਂ ਦੇਖਦੇ ਹੋ ਕਿ ਇਹੀ ਹਾਲ ਕਣਕ ਤੇ ਚਾਵਲ ਤੇ ਹੋਣ ਵਾਲਾ ਹੈ। ਜਿਹੜੀ ਮੁੱਢਲੀ ਲੋੜ ਹੈ, ਕਿਸੇ ਨੂੰ ਫਰੂਟ ਨਹੀਂ ਖਾਧਿਆਂ ਬਿਨਾਂ ਸਰ ਸਕਦਾ ਹੈ ਨਾ, ਕੋਈ ਹੋਰ ਫਰੂਟ ਨਹੀਂ ਮਿਲਦਾ, ਕੋਈ ਗੱਲ ਨਹੀਂ ਹੈ।
ਰੋਟੀ ਤੇ ਹਰ ਇੱਕ ਨੂੰ ਚਾਹੀਦੀ ਹੈ। ਅੰਨ ਹਰ ਇੱਕ ਲਈ ਅੰਨ ਹਰ ਇੱਕ ਲਈ ਜ਼ਰੂਰੀ ਹੈ। ਤਾਂ ਨੌਜਵਾਨ ਨੇ ਨਾਲ ਗੱਲਬਾਤ ਕਰਦੇ ਬਾਈ, ਜਦੋਂ ਵੀ ਗੱਲਬਾਤ ਤੁਰਦੀ ਹੈ ਨਾ ਚੰਡੀਗੜ੍ਹ ਦੀ, ਤਾਂ ਇੱਥੇ ਕਦੇ ਨਾ ਕਦੇ ਜ਼ਰੂਰ ਆ ਜਾਂਦਾ ਕਿ ਕਦੇ ਗੱਡੀ ਤੋਂ ਝੰਡਾ ਲਾਹੋ ਫਿਰ ਤੁਸੀਂ ਚੰਡੀਗੜ੍ਹ ਦੇ ਵਿੱਚ ਐਂਟਰੀ ਕਰੋਗੇ, ਕਦੇ ਜੱਜ ਰੋਕਣ ਦੀ ਗੱਲਬਾਤ ਹੋ ਗਈ, ਉਹ ਹੋ ਗਈ। ਕਈ ਵਾਰ ਪ੍ਰਸ਼ਾਸਨ ਸ਼ਾਮ ਨੂੰ ਮਟਕਾ ਚੌਂਕ ਦੇ ਉੱਤੇ ਖੜਨ ਨਹੀਂ ਦਿੰਦਾ ਕਿ ਤੁਸੀਂ ਇੱਥੇ ਇਕੱਠ ਨਾ ਕਰੋ, ਕਰੋਨਾ ਵੱਧ ਰਹੇਗਾ। ਇਹ ਕਿਵੇਂ ਦੇਖਦੇ ਹੋ ਪ੍ਰਸ਼ਾਸਨ ਦੀਆਂ ਜਿਸ ਤਰੀਕੇ ਦੀਆਂ ਨੀਤੀਆਂ ਨੇ, ਇਹਨਾਂ ਨੂੰ ਕਿਵੇਂ ਦੇਖ ਰਹੇ ਹੋ ਤੁਸੀਂ? ਦੇਖੋ ਜੀ, ਝੰਡੇ ਅਸੀਂ ਲਾਉਂਦੇ ਆ, ਸਾਡੇ ਹਿਮਾਚਲ 'ਚ ਵੀ ਝੰਡੇ ਲਾਏ ਜਾਂਦੇ ਹਨਾ, ਉੱਥੇ ਸਾਡਾ ਚਲਾਨ ਕੱਟ ਦਿੱਤਾ ਜਾਂਦਾ ਏ। ਕੋਈ ਐਡਾ ਇਸ਼ੂ ਨਹੀਂ ਹੈਗਾ। ਅਸੀਂ ਜਦੋਂ ਵੀ ਅਸੀਂ ਇੱਥੇ ਆਉਂਦੇ ਅਸੀਂ ਆਪਣੇ ਝੰਡੇ ਜੋ ਵੀ ਸਾਡੇ ਚੈਨਲ ਆਪਾਂ ਲੈ ਕੇ ਆਉਂਦੇ ਇੱਥੇ ਹਨਾ। ਤੇ ਸਾਨੂੰ ਉਰੇ ਅੱਜ ਦਾ ਮੇਨ ਸਾਡਾ ਸਿਸਟਮ ਸੀ, ਉਰੇ ਬਾਬਾ ਜੀ ਨੂੰ ਅਸੀਂ ਰੋਟੀ ਦੇਣ ਆਉਂਦੇ ਹੁੰਦੇ ਆ, ਤੇ ਉਰੇ ਆ ਕੇ ਪੁਲਿਸ ਵਾਲਿਆਂ ਨੇ ਸਾਨੂੰ ਤੰਗ ਕੀਤਾ ਵੀ ਇੱਥੇ ਤੇ ਨਾ ਬਾਪੂ ਜੀ ਮਤਲਬ ਬੈਠੂਗੇ ਤੇ ਨਾ ਤੁਸੀਂ ਖੜਨਗੇ ਉਰੇ। ਤੇ ਅਸੀਂ ਉੱਥੇ ਪ੍ਰਸ਼ਾਸਨ ਨੂੰ ਕਿਹਾ ਵੀ ਹਾਂ ਕੋਈ ਗੱਲ ਨਹੀਂ ਤੇ ਬਾਪੂ ਜੀ ਨੂੰ ਉਰੀ ਬੈਠਣ ਦਿਓ, ਕਿਉਂਕਿ ਬਾਪੂ ਜੀ ਕਾਫੀ ਲੰਬੇ ਸਮੇਂ ਤੋਂ ਬੈਠੇ ਨੇ ਤੇ ਬਾਪੂ ਜੀ ਹੁਣ ਅਰਦਾਸ ਕਰਕੇ ਕਿਸਾਨਾਂ ਖਾਤਰ ਵੀ ਬੈਠੇ ਨੇ। ਤੇ ਅਸੀਂ ਉਹਨਾਂ ਕਰਕੇ ਫਿਰ ਇਹ ਕਹਿੰਦੇ ਵੀ ਚਲੋ ਕੋਈ ਗੱਲ ਨਹੀਂ ਵੀ ਬਾਪੂ ਜੀ ਇੱਥੇ ਬੈਠਣਗੇ ਤੇ ਤੁਸੀਂ ਨਹੀਂ ਖੜੋਗੇ। ਬਾਪੂ ਜੀ ਇੱਥੇ ਬੈਠੇ ਰਹਿਣਗੇ। ਸੋ ਫਿਲਹਾਲ ਨੌਜਵਾਨ ਵੀ ਇਹੀ ਕਹਿ ਰਹੇ ਨੇ, ਬਜ਼ੁਰਗ ਵੀ ਇਹੀ ਕਹਿ ਰਹੇ ਨੇ ਕਿ ਅਸੀਂ ਕਿਤੇ ਚਾਲ ਹੀ ਨਹੀਂ ਬੈਠੇ, ਤਾਂ ਮਜਬੂਰੀ ਬਸ ਬੈਠੇ ਸੀ। ਤਾਂ ਇੱਥੇ ਜਿਹੜੇ ਇੱਕ ਬਜ਼ੁਰਗ ਬਹਿੰਦੇ ਨੇ ਜਿਨ੍ਹਾਂ ਦੀ ਵੀਡੀਓ ਤੁਸੀਂ ਦੇਖ ਰਹੇ ਹੋਗੇ ਸਕਰੀਨ ਦੇ ਉੱਤੇ ਘੁੰਮ ਰਹੀ ਹੈ, ਉਹ ਬਜ਼ੁਰਗ ਇੱਥੇ 6 ਮਾਰਚ ਤੇ ਪੱਕੇ ਹੀ ਬੈਠੇ ਨੇ। ਤਾਂ ਉਹ ਕਹਿ ਰਹੇ ਨੇ ਕਿ ਜਦੋਂ ਤੱਕ ਅਰਦਾਸ ਕਰਕੇ ਬੈਠੇ ਨੇ ਕਿ ਜਦੋਂ ਤੱਕ ਕਿਸਾਨਾਂ ਦਾ ਅੰਦੋਲਨ ਜਿਹੜਾ ਉਹ ਫਤਿਹ ਨਹੀਂ ਹੁੰਦਾ, ਕਿਸਾਨ ਜਿੱਤ ਕੇ ਘਰ ਨਹੀਂ ਆਉਂਦੇ, ਤਾਂ ਇੱਥੇ ਹੀ ਬੈਠੇ ਰਹਿਣਗੇ ਮਟਕਾ ਚੌਂਕ ਦੇ ਉੱਤੇ। ਤਾਂ ਅੱਜ ਉਹਨਾਂ ਨੂੰ ਚੰਡੀਗੜ੍ਹ ਪ੍ਰਸ਼ਾਸਨ ਦੇ ਵੱਲੋਂ, ਪੁਲਿਸ ਪ੍ਰਸ਼ਾਸਨ ਦੇ ਵੱਲੋਂ ਇੱਥੋਂ ਜਿਹੜਾ ਹਟਾਉਣ ਦੀ ਕੋਸ਼ਿਸ਼ ਕੀਤੀ ਗਈ। ਜਦੋਂ ਬਜ਼ੁਰਗਾਂ ਨੂੰ ਹਟਾਉਣ ਦੀ ਕੋਸ਼ਿਸ਼ ਕੀਤੀ ਗਈ ਤਾਂ ਇਹ ਨੌਜਵਾਨ ਬਜ਼ੁਰਗ ਉਹਨਾਂ ਦੀ ਸਪੋਰਟ ਦੇ ਵਿੱਚ ਆ ਗਏ, ਤਾਂ ਇੱਥੇ ਤਕਰਾਰ ਵੀ ਹੋਇਆ। ਹਾਲਾਂਕਿ ਪੁਲਿਸ ਪ੍ਰਸ਼ਾਸਨ ਨੇ ਇਸ ਵੇਲੇ ਉੱਥੇ 4 ਜਾਂ 5 ਵਿਅਕਤੀਆਂ ਨੂੰ ਬੈਠਣ ਦੀ ਜਿਹੜੀ ਪਰਮਿਸ਼ਨ ਉਹ ਦੇ ਦਿੱਤੀ ਹੈ। ਸ਼ਾਮ ਨੂੰ ਬਹਿੰਦੇ ਆ ਜਾਂ ਨਹੀਂ ਬਹਿੰਦੇ, ਪਹਿਲਾਂ ਤਾਂ ਇਹਨਾਂ ਦਾ ਕਹਿਣਾ ਸੀ ਕਿ ਸਾਡੇ ਕੋਲੇ ਅਸੀਂ ਜਿਸ ਤਰੀਕੇ ਨਾਲ ਸਾਨੂੰ ਸੰਯੁਕਤ ਕਿਸਾਨ ਮੋਰਚੇ ਦੇ ਵੱਲੋਂ ਕਿਹਾ ਗਿਆ ਸੀ ਕਿ ਤੁਸੀਂ 2 ਦਿਨ ਜੇਕਰ ਤੁਹਾਨੂੰ ਪ੍ਰਸ਼ਾਸਨ ਕਹਿੰਦਾ ਤਾਂ ਤੁਸੀਂ ਪ੍ਰਸ਼ਾਸਨ ਨੂੰ ਫੋਲੋ ਕਰਨਾ ਤੇ ਤੁਸੀਂ ਨਹੀਂ ਬੈਠਣਾ। ਤਾਂ ਇਹਨਾਂ ਨੇ ਕਿਹਾ ਕਿ ਪ੍ਰਸ਼ਾਸਨ ਨੇ ਸਾਨੂੰ ਰੋਕਣ ਦੀ ਕੋਸ਼ਿਸ਼ ਕੀਤੀ, ਜਿਸ ਕਰਕੇ ਲੋਕ ਇਕੱਠੇ ਹੋਏ ਨੇ। ਤਾਂ ਸਿੱਧਾ ਇਲਜ਼ਾਮ ਪ੍ਰਸ਼ਾਸਨ ਦੇ ਉੱਤੇ ਲਾਉਂਦੇ ਹੋਏ ਇਹ ਇਹ ਨੌਜਵਾਨ, ਇਹ ਪ੍ਰੋਟੈਸਟਰ ਇਹ ਨਜ਼ਰ ਆਏ ਨੇ। ਕੈਮਰਾਮੈਨ ਦੀਪਕ ਦੇ ਨਾਲ ਮੈਂ ਨੰਦਪ੍ਰੀਤ ਨੂੰ ਦੋ ਇਜਾਜ਼ਤ। ਵੇਖਦੇ ਰਹੋ ਪ੍ਰਾਈਮ ਏਸ਼ੀਆ ਟੀਵੀ, ਤੁਹਾਡਾ ਆਪਣਾ ਤੁਹਾਡੇ ਲਈ। ਸਤਿ ਸ਼੍ਰੀ ਅਕਾਲ।